ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਕਾਫੀ ਦਿਨਾਂ ਤੋਂ ਰਾਜੇ ਡਿਮਾਂਡ ਆ ਰਹੀ ਸੀ ਕਿ ਪੰਜਾਬ ਜੀਕੇ ਜਲਦੀ ਕਰਵਾ ਦਿਓ, ਔਰ ਤੁਹਾਨੂੰ ਮੈਂ ਸਟੇਟਸ ਵੀ ਪਾਇਆ ਸੀ। ਥੋੜੀ ਜੀ ਸਿਹਤ ਦੀ ਪ੍ਰੋਬਲਮ ਚੱਲ ਰਹੀ ਹੈ, ਬਟ ਅੱਜ ਕੋਸ਼ਿਸ਼ ਕੀਤੀ ਹੈ ਵੀ ਥੋੜੀ ਜੀ ਤੁਹਾਨੂੰ ਇੱਕ ਵੀਡੀਓ ਦਿੱਤੀ ਜਾਵੇ ਪੰਜਾਬ ਜੀਕੇ ਦੇ ਰਿਲੇਟਡ। ਬਾਕੀ ਜਲਦੀ ਆਪਾਂ ਕੰਟੀਨਿਊ ਕਰਾਂਗੇ। ਡੇਲੀ ਤੁਹਾਨੂੰ ਇੱਕ ਵੀਡੀਓ ਮਿਲਿਆ ਕਰੂਗੀ ਪੰਜਾਬ ਜੀਕੇ ਐਂਡ ਕੰਪਿਊਟਰ ਦੀ। ਅੱਜ ਜਿਹੜਾ ਆਪਾਂ ਕਵਰ ਕਰਨ ਜਾ ਰਹੇ ਹਾਂ, ਜਿਵੇਂ ਅੱਜ ਲਾਸਟ ਟਾਈਮ ਆਪਾਂ ਕੀ ਕਵਰ ਕੀਤਾ ਸੀਗਾ, ਲਾਸਟ ਟਾਈਮ ਆਪਾਂ ਜਲਿਆਂਵਾਲੇ ਦਾ ਬਾਗ ਦਾ ਸਾਕਾ ਕਵਰ ਕੀਤਾ ਸੀਗਾ। ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਨੈਕਸਟ ਕਰਨਾ ਰਾਜੇ, ਇਹ ਮੈਂ ਤੁਹਾਨੂੰ ਡੇਟ ਵਾਈਜ਼ ਕਰਵਾ ਰਿਹਾ। ਨੈਕਸਟ ਆਪਾਂ ਪੜ੍ਹਨਾ ਰਾਜੇ ਗੁਰਦੁਆਰਾ ਸੁਧਾਰ ਲਹਿਰਾਂ ਜਿਹੜੀਆਂ ਚੱਲੀਆਂ ਸੀਗੀਆਂ, ਜਿਹਦੇ ਵਿੱਚ ਚਾਬੀਆਂ ਦਾ ਮੋਰਚਾ ਆ ਜਾਂਦਾ, ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਸੀਗਾ ਉਹਦੇ ਰਿਲੇਟਡ ਆ ਜਾਂਦਾ। ਤਾਂ ਅੱਜ ਆਪਾਂ ਪੜਾਂਗੇ, ਲੇਕਿਨ ਥੋੜਾ ਜਿਹਾ ਘੱਟ ਪੜਾਂਗੇ ਕਿਉਂਕਿ ਗਲਾ ਸਾਥ ਨਹੀਂ ਦੇ ਰਿਹਾ, ਬਟ ਕੋਸ਼ਿਸ਼ ਹੈ ਪੂਰੀ ਵੀ ਤੁਹਾਨੂੰ ਜਿਹੜਾ ਅੱਜ ਕਰਾਊਂਗਾ ਬਹੁਤ ਵਧੀਆ ਕਰਾਊਂਗਾ। ਹੁਣ ਗੁਰਦੁਆਰਾ ਸੁਧਾਰ ਲਹਿਰ, ਜਿਵੇਂ ਆਪਾਂ ਪਹਿਲਾਂ ਵੀ ਲਹਿਰਾਂ ਪੜ੍ਹ ਕੇ ਗਏ ਹਾਂ, ਨਿਰੰਕਾਰੀ ਲਹਿਰ ਪੜ੍ਹੀ ਹੈ, ਰਾਧਾ ਸਵਾਮੀ ਲਹਿਰ ਪੜ੍ਹੀ ਹੈ, ਠੀਕ ਹੈ ਜੀ। ਇਹ ਸਾਰੀਆਂ ਲਹਿਰਾਂ ਚੱਲੀਆਂ ਸੀਗੀਆਂ ਵੀ ਜਿਹੜਾ ਸਿੱਖ ਸਮਾਜ ਦਾ ਜਿਹੜਾ ਆਚਾਰਨ ਗਿਰ ਰਿਹਾ ਹੁੰਦਾ, ਮਤਲਬ ਕਿ ਗਿਰਾਵਟ ਆ ਰਹੀ ਹੁੰਦੀ ਹੈ ਸਿੱਖ ਧਰਮ ਦੇ ਵਿੱਚ, ਕਰੈਤਾਂ ਆ ਰਹੀਆਂ ਹੁੰਦੀਆਂ, ਉਹਨਾਂ ਨੂੰ ਦੂਰ ਕਰਨ ਵਾਸਤੇ ਲਹਿਰਾਂ ਆਈਆਂ ਸੀਗੀਆਂ। ਤੇ ਨਾਮ ਤੋਂ ਕਲੀਅਰ ਹੈ ਗੁਰਦੁਆਰਾ ਸੁਧਾਰ ਲਹਿਰ, ਮਤਲਬ ਕਿ ਗੁਰਦੁਆਰੇ ਦੇ ਜਿਹੜੇ ਪ੍ਰਬੰਧ ਹੁੰਦੇ ਰਾਜੇ, ਉਹਨਾਂ ਦੇ ਵਿੱਚ ਸੁਧਾਰ ਕਰਨ ਵਾਸਤੇ ਜਿਹੜੀ ਲਹਿਰ ਆਈ ਹੈ। ਲਹਿਰ ਦਾ ਮਤਲਬ ਹੁੰਦਾ ਹੈ ਕਮੇਟੀ ਕਹਿ ਲਓ, ਕੋਈ ਅੰਦੋਲਨ ਕਹਿ ਲਓ, ਠੀਕ ਹੈ, ਉਹਨੂੰ ਆਪਾਂ ਲਹਿਰ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਤਾਂ ਚਲੋ ਸਟਾਰਟ ਕਰਦੇ ਹਾਂ। ਤੁਸੀਂ ਕੋਈ ਵੀ ਬੁੱਕ ਚੱਕ ਲਓ, ਤੁਹਾਨੂੰ ਪੁਆਇੰਟ ਟੂ ਪੁਆਇੰਟ ਮਿਲ ਜੂਗਾ, ਬਟ ਗੱਲ ਐ ਹੁੰਦੀ ਆ ਵੀ ਜੀਕੇ ਨੂੰ ਪੜ੍ਹਨ ਦਾ ਸਹੀ ਢੰਗ ਇਹ ਹੁੰਦਾ ਵੀ ਆਪਾਂ ਉਹਨੂੰ ਕਹਾਣੀ ਵਾਂਗੂ ਪੜ੍ਹੀਏ। ਜੇ ਆਪਾਂ ਕਹਾਣੀ ਵਾਂਗੂ ਪੜਾਂਗੇ, ਆਪਣੇ ਇਕੱਲੀ ਚੀਜ਼ ਦਿਮਾਗ 'ਚ ਯਾਦ ਰਹਿ ਜੂਗੀ, ਕਿਉਂਕਿ ਆਪਾਂ ਨੂੰ ਫਿਲਮਾਂ ਯਾਦ ਰਹਿ ਜਾਂਦੀਆਂ। ਉਹਦਾ ਕਾਰਨ ਇਹੀ ਹੈ ਕਿ ਆਪਾਂ ਉਹਨੂੰ ਕਹਾਣੀ ਵਾਂਗੂ ਦੇਖਦੇ ਹਾਂ। ਤਾਂ ਆਪਾਂ ਬੈਕਗਰਾਉਂਡ ਜਾਣਦੇ ਹਾਂ ਵੀ ਗੁਰਦੁਆਰਾ ਸੁਧਾਰ ਲਹਿਰ ਦੀ ਜ਼ਰੂਰਤ ਕਿਉਂ ਪਈ, ਕਿਉਂ ਗੁਰਦੁਆਰਾ ਸੁਧਾਰ ਲਹਿਰਾਂ ਆਈਆਂ, ਕਿਹੜੇ ਕਾਰਨ ਬਣੇ, ਕਿਹੜੀਆਂ ਸ਼ਹੀਦੀਆਂ ਹੋਈਆਂ, ਕਿਉਂ ਹੋਈਆਂ, ਅਕਾਲੀ ਦਲ ਕਿਵੇਂ ਹੋਂਦ ਦੇ ਵਿੱਚ ਆਇਆ, ਅਕਾਲੀ ਪਾਰਟੀ ਕਿਵੇਂ ਹੋਂਦ ਦੇ ਵਿੱਚ ਆਈ, ਸ਼੍ਰੋਮਣੀ ਕਮੇਟੀ ਕਦੋਂ ਹੋਂਦ ਦੇ ਵਿੱਚ ਆਈ, ਤੇ ਸਾਰਾ ਕੁਝ ਪੜਾਂਗੇ ਆਪਾਂ ਬਹੁਤ ਵਧੀਆ ਢੰਗ ਦੇ ਨਾਲ। ਤਾਂ ਚਲੋ ਸਟਾਰਟ ਕਰਦੇ ਹਾਂ ਰਾਜੇ। ਹੁਣ ਅਗਰ ਆਪਾਂ ਗੱਲ ਕਰੀਏ, ਜੇ ਆਪਾਂ ਆਪਣੇ ਗੁਰੂ ਸਾਹਿਬਾਨ ਦੇ ਟਾਈਮ ਦੀ ਗੱਲ ਕਰੀਏ, ਤੁਹਾਨੂੰ ਮੈਂ ਕਰਵਾਇਆ ਹੋਇਆ ਸੀਗਾ ਵੀ ਆਪਣੇ ਜਿਹੜੇ 10th ਗੁਰੂ ਤੱਕ, ਤੇ ਉਸ ਤੋਂ ਬਾਅਦ ਮੈਂ 11th ਗੁਰੂ ਜਿਹੜੇ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਉਸ ਤੱਕ ਸਭ ਕੁਝ ਪੜਾਇਆ ਹੋਇਆ ਹੈ। ਤਾਂ ਗੁਰੂ ਕਾਲ ਦੇ ਵਿੱਚ ਜਿਹੜੇ ਸਿੱਖ ਸੀਗੇ ਰਾਜੇ, ਉਹ ਆਪਣੇ ਆਪ ਦੇ ਵਿੱਚ ਪੂਰੇ ਸੀਗੇ, ਮਤਲਬ ਕਿ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ। ਕਹਿਣ ਦਾ ਮਤਲਬ ਕਿ ਉਹ ਜਿਵੇਂ ਦੇ ਬਾਹਰੋਂ ਦਿਖਦੇ ਸੀਗੇ, ਉਵੇਂ ਦੇ ਅੰਦਰੋਂ ਸੀਗੇ। ਤਾਂ ਜਿਵੇਂ ਅੱਜ ਕੱਲ ਤਾਂ ਚਲੋ ਬਹੁਤ, ਮੈਂ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ, ਹੁਣ ਬਹੁਤੇ ਬੰਦਿਆਂ ਨੇ ਅੰਮ੍ਰਿਤ ਵੀ ਛਕਿਆ ਹੋਊਗਾ, ਬਟ ਉਹ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਅਗਰ ਬਾਹਰੋਂ ਅੰਮ੍ਰਿਤ ਛਕਿਆ ਹੋਇਆ ਤਾਂ ਅੰਦਰੋਂ ਵੀ ਉਹ ਸੱਚੇ ਤੇ ਸੁੱਚੇ ਹੋਣਗੇ। ਤਾਂ ਅੱਜ ਕੱਲ ਤਾਂ ਕਲਯੁਗ ਦਾ ਜ਼ਮਾਨਾ ਹੈ, ਬਟ ਗੁਰੂ ਸਾਹਿਬ ਦੇ ਟਾਈਮ ਤੇ ਜਿਹੜੇ ਸਿੰਘ ਸੀਗੇ ਰਾਜੇ, ਉਹ ਪੱਕੇ ਸੀਗੇ ਕਹਿਣੀ ਤੇ ਕਰਨੇ ਦੇ। ਇਸ ਕਰਕੇ ਗੁਰੂ ਸਾਹਿਬ ਦੇ ਟਾਈਮ ਤੇ ਤਾਂ ਜਿਹੜੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਸੀਗੀ ਰਾਜੇ, ਉਹਦਾ ਪ੍ਰਬੰਧ ਬਹੁਤ ਵਧੀਆ ਸੀਗਾ। ਤੇ ਉਹਦੇ ਵਿੱਚ ਜਿਹੜੇ ਪ੍ਰੋਪਰ ਸਿੱਖ ਸੀਗੇ ਜਿਹੜੇ, ਉਹ ਉਹਦੀ ਕੀ ਕਰਦੇ ਸੀਗੇ, ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਦੀ। ਤਾਂ ਲਿਖਿਆ ਹੋਇਆ ਰਾਜੇ, ਕਹਿੰਦੇ ਜੀ ਗੁਰੂ ਕਾਲ ਦੇ ਸਮੇਂ ਦੇ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕੌਣ ਕਰਦਾ ਸੀਗਾ, ਗੁਰੂ ਸਾਹਿਬ ਜੀ ਆਪਣੀ ਨਿਗਰਾਨੀ ਦੇ ਹੇਠ ਹੀ ਕਰਾਉਂਦੇ ਸੀਗੇ। ਤੇ ਉਹਨਾਂ ਵੱਲੋਂ ਜਿਹੜੇ ਨਿਯੁਕਤ ਕੀਤੇ ਜਾਂਦੇ ਸੀਗੇ ਰਾਜੇ ਸਿੱਖ, ਉਹ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਸੀਗੇ ਰਾਜੇ, ਉਹ ਸੇਵਾ ਕਰਦੇ ਸੀਗੇ। ਤਾਂ ਕਹਿਣ ਦਾ ਮਤਲਬ ਬਿਲਕੁਲ ਠੀਕ ਚੱਲ ਰਿਹਾ ਸੀ ਕੰਮ। ਜਿਵੇਂ ਗੁਰੂ ਸਾਹਿਬ ਦੇ ਅਗਰ ਟਾਈਮ ਦੀ ਗੱਲ ਕਰੀਏ, ਜਿਵੇਂ ਭਾਈ ਬਾਬਾ ਬੁੱਢਾ ਜੀ ਦੀ ਗੱਲ ਕਰੀਏ ਰਾਜੇ, ਭਾਈ ਗੁਰਦਾਸ ਜੀ ਦੀ ਗੱਲ ਕਰੀਏ, ਭਾਈ ਮਨੀ ਸਿੰਘ ਜੀ ਹੋ ਗਏ, ਬਾਬਾ ਦੀਪ ਸਿੰਘ ਸ਼ਹੀਦ ਜੀ ਹੋ ਗਏ, ਇਹ ਸਾਰੇ ਜਿਹੜੇ ਸਿੱਖ ਸੀਗੇ ਰਾਜੇ, ਗੁਰੂ ਕਾਲ ਦੇ ਸਮੇਂ ਹੋਏ ਆ, ਜਿਹੜੇ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਬੰਧ ਦਾ ਕੰਮ ਕਰਦੇ ਸੀਗੇ। ਨੈਕਸਟ ਆਪਾਂ ਅਗਰ ਗੱਲ ਕਰੀਏ, ਤਾਂ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਗੁਰਦੁਆਰਾ ਦਾ ਪ੍ਰਬੰਧ ਸੀਗਾ, ਉਹਦੇ ਵਿੱਚ ਕੋਈ ਢਿੱਲ ਨਹੀਂ ਸੀਗੀ, ਕੋਈ ਉਹਦੇ ਵਿੱਚ ਕੋਈ ਲੂਪ ਹੋਲ ਨਹੀਂ ਸੀਗਾ। ਕਹਿਣ ਦਾ ਮਤਲਬ ਸਭ ਕੁਝ ਬਹੁਤ ਵਧੀਆ ਚੱਲਦਾ ਸੀਗਾ, ਸੱਚਾ ਤੇ ਸੁੱਚਾ ਚੱਲ ਰਿਹਾ ਸੀਗਾ। ਹੁਣ ਅਗਰ ਆਪਾਂ ਨੈਕਸਟ ਥੋੜਾ ਜਿਹਾ ਹੋਰ ਅੱਗੇ ਵੱਲ ਨੂੰ ਵੱਧਦੇ ਹਾਂ ਰਾਜੇ, ਤਾਂ ਅੱਗੇ ਵੱਲ ਵੱਧਦੇ ਆਪਾਂ ਦੇਖਦੇ ਹਾਂ ਜੀ। ਹੁਣ ਦੇਖੋ ਜਿਹੜੇ ਉਸ ਟਾਈਮ ਤੇ ਦੇਖੋ ਜਦੋਂ ਪ੍ਰਬੰਧ ਬਿਲਕੁਲ ਠੀਕ ਸੀਗੇ, ਤਾਂ ਓਬਵੀਅਸ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਦੋਂ ਪ੍ਰਬੰਧ ਠੀਕ ਹੋਣਗੇ ਰਾਜੇ, ਉਹਦੇ ਵਿੱਚ ਗੁਰਮਤਿ ਪ੍ਰਚਾਰ ਵੀ ਬਿਲਕੁਲ ਵਧੀਆ ਹੋਊਗਾ, ਸਿੱਖ ਕੌਮ ਦੀ ਅਗਵਾਈ ਵੀ ਬਹੁਤ ਚੰਗੇ ਜਥੇਦਾਰ ਕਰਨਗੇ। ਤਾਂ ਕਹਿਣ ਦਾ ਮਤਲਬ ਸਿੱਖ ਕੌਮ ਦੀ ਕੀ ਹੋਊਗੀ, ਚੜ੍ਹਦੀ ਕਲਾ ਹੋਊਗੀ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਹੈਗੀਆਂ ਨੇ। ਨੈਕਸਟ ਅਗਰ ਆਪਾਂ ਗੱਲ ਕਰੀਏ, ਬਟ ਉਸ ਤੋਂ ਬਾਅਦ ਤੁਸੀਂ ਦੇਖੋ ਜੀ, ਗੁਰੂ ਸਾਹਿਬ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਜਾਂਦੇ ਆ, ਫਿਰ ਗੁਰੂ ਜੀ ਨੰਦੇੜ ਜਾਂਦੇ ਆ, ਉੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਮਿਲਦੇ ਆ, ਆਪਾਂ ਪੜ੍ਹ ਚੁੱਕੇ ਹਾਂ। ਤਾਂ ਬੰਦਾ ਸਿੰਘ ਬਹਾਦਰ ਜੀ ਦੀ ਜਦੋਂ ਸ਼ਹਾਦਤ ਹੋ ਜਾਂਦੀ ਹੈ ਰਾਜੇ, ਉਸ ਤੋਂ ਬਾਅਦ ਜਿਹੜਾ ਸਮਾਂ ਸੀਗਾ ਉਹ ਬਹੁਤ ਮਾੜਾ ਸੀਗਾ ਸਿੱਖਾਂ ਵਾਸਤੇ। ਕਹਿਣ ਦਾ ਮਤਲਬ ਉਦੋਂ ਮੁਗਲ ਹਕੂਮਤ ਨੇ ਕੀ ਕੀਤਾ, ਬਹੁਤ ਜ਼ਿਆਦਾ ਸਖਤੀ ਕੀਤੀ ਸਿੱਖਾਂ ਦੇ ਉੱਪਰ, ਬਹੁਤ ਜ਼ਿਆਦਾ ਜ਼ੁਲਮ ਢਾਉਣੇ ਸ਼ੁਰੂ ਕੀਤੇ। ਤੇ ਸਿੱਖ ਫਿਰ ਕੀ ਸੀਗੇ, ਆਪਣਾ ਆਪ ਬਚਾਉਣ ਦੇ ਵਾਸਤੇ ਕਹਿ ਲਓ, ਜਾਂ ਅਗਲੀ ਲੜਾਈ ਲੜਨ ਵਾਸਤੇ, ਉਹਨਾਂ ਨੂੰ ਇਕੱਠਾ ਕਰਨ ਵਾਸਤੇ, ਇਹ ਕੀ ਹੋ ਗਏ ਜੀ, ਇਹਨਾਂ ਨੇ ਆਪਣੇ ਜਿਹੜੇ ਘਰ ਸੀਗੇ ਉਹ ਤਿਆਗ ਦਿੱਤੇ। ਤੇ ਜਿਹੜੇ ਸਿੱਖ ਸੀਗੇ ਰਾਜੇ, ਉਹ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਰੇਗਿਸਤਾਨਾਂ ਦੇ ਵਿੱਚ ਰਹਿਣਾ ਸ਼ੁਰੂ ਸ਼ੁਰੂ ਕਰਨ ਲੱਗ ਗਏ। ਕਹਿਣ ਦਾ ਮਤਲਬ ਕਿ ਉਸ ਟਾਈਮ ਤੇ ਸਿੱਖਾਂ ਕੋਲੇ ਪਾਵਰ ਘੱਟ ਸੀਗੀ, ਬਟ ਉਹ ਲੜਨਾ ਚਾਹੁੰਦੇ ਸੀ, ਲੇਕਿਨ ਲੜਨ ਵਾਸਤੇ ਕੁਝ ਟਾਈਮ ਚਾਹੀਦਾ ਉਹਨਾਂ ਨੂੰ ਪ੍ਰਿਪੇਅਰ ਹੋਣ ਵਾਸਤੇ। ਤਾਂ ਕਹਿਣ ਦਾ ਮਤਲਬ ਕਿ ਉਹ ਕਿੱਥੇ ਚਲੇ ਗਏ, ਜੰਗਲਾਂ ਦੇ ਵਿੱਚ ਚਲੇ ਗਏ। ਜਦੋਂ ਉਹ ਜੰਗਲਾਂ ਦੇ ਵਿੱਚ ਚਲੇ ਗਏ, ਪਹਾੜਾਂ ਵਿੱਚ ਚਲੇ ਗਏ, ਤਾਂ ਓਬਵੀਅਸ ਹੈ ਜਿਹੜੇ ਪਿੱਛੇ ਗੁਰਦੁਆਰਾ ਸਾਹਿਬ ਸੀਗੇ, ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਕੀ ਹੋ ਗਿਆ, ਅਧੂਰਾ ਹੋ ਗਿਆ, ਕਿਉਂਕਿ ਸਿੱਖ ਤੱਕ ਚਲੇ ਗਏ, ਜੰਗਲਾਂ ਦੇ ਵਿੱਚ ਚਲੇ ਗਏ। ਤਾਂ ਹੁਣ ਅੱਗੇ ਅਗਰ ਆਪਾਂ ਗੱਲ ਕਰੀਏ,
ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਰਾਜੇ, ਤਾਂ ਕਹਿੰਦੇ ਉਸ ਵਿਖੜੇ ਸਮੇਂ ਦੇ ਵਿੱਚ ਕਹਿੰਦੇ ਜੀ ਪੰਥ ਨੇ ਆਪਣੇ ਪਵਿੱਤਰ ਗੁਰੂ ਧਾਮਾਂ ਦਾ ਪ੍ਰਬੰਧ ਨਾ ਕਰ ਸਕਿਆ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਕਿਹਦੀ ਨਿਰਮਲੇ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਕੋਲ ਚਲੀ ਗਈ। ਤਾਂ ਕਹਿਣ ਦਾ ਮਤਲਬ ਜਿਹੜੇ ਮਹੰਤ ਸੀਗੇ ਬੇਸਿਕਲੀ ਮਹੰਤ ਆਪਾਂ ਕਹਿ ਦਿੰਦੇ ਆ ਜਿਹੜੇ ਮੰਦਿਰਾਂ ਦੀ ਜਿਵੇਂ ਕਹਿ ਦਿੰਦੇ ਆ ਆਪਾਂ ਮੰਦਿਰਾਂ ਦੀ ਸੇਵਾ ਸੰਭਾਲ ਕਰਦੇ ਸੀਗੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਡੇਰਿਆਂ ਦੀ ਸੇਵਾ ਸੰਭਾਲ ਕਰਦੇ ਸੀਗੇ, ਜਿਹੜੀਆਂ ਅਲੱਗ-ਅਲੱਗ ਸੰਪਰਦਾਵਾਂ ਚੱਲਦੀਆਂ ਸੀਗੀਆਂ, ਉਹਨਾਂ ਦੇ ਉਹ ਬੰਦੇ ਸੀਗੇ। ਉਹਨਾਂ ਨੇ ਕੀ ਕੀਤਾ ਚਲੋ ਵੀ ਜਦੋਂ ਸਿੱਖ ਤਾਂ ਰਹੇ ਨੀਗੇ, ਮਤਲਬ ਸਿੱਖ ਤਾਂ ਚਲੇ ਗਏ ਜੰਗਲਾਂ ਦੇ ਵਿੱਚ ਤੇ ਪਿੱਛੋਂ ਜਿਹੜੇ ਗੁਰਦੁਆਰਾ ਸਾਹਿਬ ਸੀਗੇ ਉਹ ਆਪਣੇ ਆਪ ਹੀ ਉਹਦੀ ਸੇਵਾ ਸੰਭਾਲ ਕਰਨੀ ਸ਼ੁਰੂ ਕਰਨ ਲੱਗ ਗਏ। ਤਾਂ ਅੱਗੇ ਕਹਾਣੀ ਕੀ ਚੱਲਦੀ ਹੈ ਜੀ, ਕਹਾਣੀ ਇਹ ਚੱਲਦੀ ਹੈ ਉਸ ਟਾਈਮ ਤੇ ਜਿਹੜੇ ਮਹੰਤ ਸੀਗੇ ਰਾਜੇ ਉਹ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ। ਉਹ ਬੜੇ ਵਧੀਆ ਸੁਚੱਜੇ ਢੰਗ ਦੇ ਨਾਲ, ਚੰਗੇ ਢੰਗ ਦੇ ਨਾਲ ਕੀ ਕਰਨ ਲੱਗ ਗਏ, ਤਨ ਮਨ ਤੋਂ ਕੀ ਕਰਨ ਲੱਗ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਲੱਗ ਗਏ। ਪਰ ਪ੍ਰੋਬਲਮ ਕਿੱਥੇ ਹੁੰਦੀ ਹੈ ਰਾਜੇ, ਪ੍ਰੋਬਲਮ ਹੁਣ ਤੁਹਾਨੂੰ ਮੈਂ ਦੱਸਦਾ ਕਿੱਥੇ ਆਉਂਦੀ ਹੈ। ਇਹ ਹੌਲੀ-ਹੌਲੀ ਇਹਨਾਂ ਨੇ ਮਹੰਤਾਂ ਨੇ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਕੀ ਕਰਨੀਆਂ ਸ਼ੁਰੂ ਕਰਤੀਆਂ, ਕਰਾਇਤਾਂ ਕਰਨੀਆਂ ਸ਼ੁਰੂ ਕਰਤੀਆਂ। ਹੁਣ ਕਰਾਇਤਾਂ ਕਦੋਂ ਬੰਦਾ ਸ਼ੁਰੂ ਕਰਨੀਆਂ ਕਰਦਾ, ਸਾਰੇ ਬੰਦਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਬੇਸਿਕਲੀ ਜ਼ਿਆਦਾਤਰ ਜਿਹੜੀ ਆਪਣੀ ਹਿਊਮਨ ਟੈਂਡੈਂਸੀ ਹੈ, ਆਪਾਂ ਕਰਾਇਤਾਂ ਉਦੋਂ ਕਰਦੇ ਹਾਂ ਜਦੋਂ ਬੰਦੇ ਕੋਲੋਂ ਲੋੜ ਤੋਂ ਵੱਧ ਕੋਈ ਚੀਜ਼ ਆ ਜਾਂਦੀ ਹੈ, ਕੋਈ ਪੈਸਾ ਆ ਜਾਂਦਾ ਹੈ। ਕਹਿਣ ਦਾ ਮਤਲਬ ਜਦੋਂ ਆਪਣੇ ਤੇ ਕੋਈ ਨਿਗਰਾਨੀ ਕਰਨ ਵਾਲਾ ਨਹੀਂ ਹੁੰਦਾ, ਜਦੋਂ ਆਪਣੇ ਕੋਈ ਪੁੱਛਣ ਵਾਲਾ ਨਹੀਂ ਹੁੰਦਾਗਾ, ਤਾਂ ਉਦੋਂ ਆਬਵੀਅਸ ਹੈ ਕਿ ਬੰਦਾ ਪੁੱਠੇ ਕੰਮ ਕਰਨੇ ਸ਼ੁਰੂ ਕਰ ਸਕਦਾ ਹੈ। ਤਾਂ ਇਹਨਾਂ ਨੇ ਕੀ ਕੀਤਾ ਜੀ, ਇਸ ਤੋਂ ਬਾਅਦ ਗੱਲਬਾਤ ਕੀ ਹੋਈ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋ ਗਈ ਹੈ, ਸਿੱਖ ਉੱਥੇ ਹੈ ਨਹੀਂਗੇ, ਇਹਨਾਂ ਤੇ ਨਿਗਰਾਨੀ ਰੱਖਣ ਵਾਲਾ ਕੋਈ ਹੈ ਨਹੀਂਗਾ, ਇਹਨਾਂ ਕੋਲ ਗੁਰਦੁਆਰੇ ਕੀ ਆ ਗਏ, ਆਪਣੇ ਹੱਥਾਂ ਦੇ ਵਿੱਚ ਆ ਗਏ। ਇਸ ਤੋਂ ਬਾਅਦ ਕੰਮ ਇਹ ਹੋਇਆ ਜਿਹੜੇ ਗੁਰਦੁਆਰੇ ਸੀਗੇ ਉਹਨਾਂ ਵਿੱਚੋਂ ਗੁਰਮਤ ਦਾ ਪ੍ਰਚਾਰ ਜਾਂ ਸਿੱਖੀ ਦੀ ਮਾਨ ਮਰਿਆਦਾ ਹੋ ਗਈ, ਉਹ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ ਤੇ ਉੱਥੇ ਕਰਮ-ਕਾਂਡਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਿਉਂਕਿ ਸਿੱਖਾਂ ਦੀ ਆਪਣੀ ਰਵਾਇਤ ਵੱਖਰੀ ਹੈ, ਸਿੱਖ ਧਰਮ ਦੇ ਆਪਣੇ ਰੂਲ ਰੈਗੂਲੇਸ਼ਨ ਨੇ, ਦੂਜੇ ਧਰਮਾਂ ਦੇ ਆਪਣੇ ਰੂਲ ਰੈਗੂਲੇਸ਼ਨ ਨੇ। ਕਹਿਣ ਦਾ ਮਤਲਬ ਹਰੇਕ ਧਰਮ ਦਾ ਆਪਣਾ-ਆਪਣਾ ਕੀ ਹੁੰਦਾ, ਢੰਗ ਹੁੰਦਾ ਹੈ। ਤਾਂ ਇਹ ਹੁਣ ਦੂਜੇ ਧਰਮਾਂ ਦੇ ਬੰਦੇ ਸੀਗੇ, ਇਹ ਉੱਥੇ ਕੀ ਕਰਨ ਲੱਗ ਗਏ, ਉੱਥੇ ਕਰਮ-ਕਾਂਡ ਸ਼ੁਰੂ ਕਰਨ ਲੱਗ ਗਏ। ਕਹਿਣ ਦਾ ਮਤਲਬ ਉੱਥੇ ਮੂਰਤੀ ਪੂਜਾ ਕਰਨ ਲੱਗ ਗਏ ਜਾਂ ਕੁਛ ਹੋਰ ਕੰਮ ਕਰਨ ਲੱਗ ਗਏ, ਜਿਹੜੇ ਕਿ ਸਿੱਖ ਰਵਾਇਤਾਂ ਦੇ ਬਿਲਕੁਲ ਕੀ ਸੀਗਾ, ਉਲਟ ਸੀਗਾ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਇਸ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਉਂਦਾ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਵੈਸੇ ਬਹੁਤ ਵਧੀਆ ਸੀਗਾ, ਉਹਦੇ ਵਿੱਚ ਕਮੀਆਂ ਕੋਈ ਨਹੀਂ ਸੀਗੀਆਂ, ਲੇਕਿਨ ਕਿਤੇ ਨਾ ਕਿਤੇ ਲੂਪ ਹੋਲ ਰਹਿ ਹੀ ਜਾਂਦਾ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਬਹੁਤ ਵੱਡੀ ਜ਼ਿਆਦਾ ਵਧੀਆ ਕੰਮ ਕੀ ਕੀਤਾ ਸੀਗਾ, ਇਹਨਾਂ ਨੇ ਮਤਲਬ ਕਿ ਬਹੁਤ ਸਾਰੇ ਜਿਹੜੇ ਗੁਰਦੁਆਰੇ ਹੋ ਗਏ, ਮੰਦਿਰ ਹੋ ਗਏ, ਉਹਨਾਂ ਦੇ ਨਾਮ ਤੇ ਨਾ ਜਗੀਰਾਂ ਲਵਾਤੀਆਂ, ਜ਼ਮੀਨਾਂ ਲਵਾਤੀਆਂ, ਜਾਇਦਾਦਾਂ ਲਵਾਤੀਆਂ। ਤਾਂ ਉਹਦੇ ਨਾਲ ਕੀ ਹੋਊਗਾ, ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਹੋ ਜਾਊਗੀ। ਉਹ ਪ੍ਰੋਬਲਮ ਕੀ ਕ੍ਰੀਏਟ ਹੋਊਗੀ ਤੁਹਾਨੂੰ ਮੈਂ ਦੱਸਦਾ। ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਸ਼ਕਤੀਸ਼ਾਲੀ ਖਾਲਸਾ ਰਾਜ ਕਾਇਮ ਹੋਇਆ। ਬਟ ਕਹਿੰਦੇ ਉਸ ਸਮੇਂ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਤੇ ਹੋਰ ਸਿੱਖ ਸਰਦਾਰਾਂ ਨੇ ਇਤਿਹਾਸਿਕ ਗੁਰਦੁਆਰਿਆਂ ਦੇ ਨਾਮ ਤੇ ਜਗੀਰਾਂ, ਜਾਇਦਾਦਾਂ ਲਗਵਾ ਦੀਆਂ ਤੇ ਇਹਦੇ ਨਾਲ ਕੀ ਹੋ ਗਿਆ ਜੀ, ਗੁਰਦੁਆਰਿਆਂ ਦੀ ਆਮਦਨ ਕੀ ਹੋ ਗਈ, ਵਧਣੀ ਸ਼ੁਰੂ ਹੋ ਗਈ। ਤੇ ਇਹ ਲਵਾਈਆਂ ਤਾਂ ਹੀ ਸੀਗੀਆਂ, ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਪਾਂ ਸੋਚ ਦੇ ਉੱਪਰ ਕੋਈ ਵੀ ਆਪਾਂ ਕੀ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਉਹਨਾਂ ਨੇ ਤਾਂ ਲਵਾਈਆਂ ਸੀਗੀਆਂ ਕਿ ਗੁਰਦੁਆਰੇ ਦੇ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਾ ਆਵੇ, ਠੀਕ ਹੈ ਜੀ, ਉਹਦਾ ਪ੍ਰਬੰਧ ਸਹੀ ਚੱਲੇ। ਤਾਂ ਇਹ ਤਾਂ ਲਵਾਈਆਂ ਸੀਗੀਆਂ, ਨਵੀਆਂ ਇਮਾਰਤਾਂ ਵੀ ਸਾਰੀਆਂ ਗਈਆਂ। ਬਟ ਜਿਹੜੇ ਮਹੰਤ ਸੀਗੇ ਉਹਨਾਂ ਨੇ ਕੀ ਕੀਤਾ, ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕਿਆ। ਤਾਂ ਉਹਨਾਂ ਨੇ ਕੀ ਕੀਤਾ ਰਾਜੇ, ਜਦੋਂ ਮਤਲਬ ਕਿ ਉਹਨਾਂ ਕੋਲੇ ਆਮਦਨ ਵੱਧ ਗਈ, ਮਹੰਤਾਂ ਕੋਲੇ ਨਿਗਰਾਨੀ ਕਰਨ ਵਾਲਾ ਕੋਈ ਹੈ ਨਹੀਂ ਸੀਗਾ, ਤਾਂ ਇਹ ਕੀ ਕਰਨ ਲੱਗੇ ਜੀ, ਕਹਿੰਦੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰਤੀਆਂ। ਕਹਿੰਦੇ ਜੀ ਸਿੱਖ ਸਰਦਾਰਾਂ ਨੇ ਗੁਰਦੁਆਰਿਆਂ ਦੇ ਅੰਦਰੂਨੀ ਮਾਨ ਮਰਿਆਦਾ ਤੇ ਪ੍ਰਬੰਧ ਵੱਲ ਕੋਈ ਚੇਚਾ ਧਿਆਨ ਨਹੀਂ ਦਿੱਤਾ, ਠੀਕ ਹੈ ਜੀ, ਆਪਣੇ ਖਾਲਸਾ ਰਾਜ ਦੇ ਟਾਈਮ ਤੇ। ਤਾਂ ਕਹਿੰਦਾ ਜੀ ਸਿੱਖ ਸਰਦਾਰਾਂ ਦੀ ਥੋੜੀ ਬਹੁਤੀ ਲਾਪਰਵਾਹੀ ਦੇ ਕਾਰਨ ਕੀ ਹੋ ਗਿਆ ਜੀ, ਗੁਰਦੁਆਰਿਆਂ ਦੇ ਅੰਦਰ ਜਿਹੜਾ ਗੁਰਮਤਿ ਪ੍ਰਚਾਰ ਸੀਗਾ ਜਾਂ ਸਿੱਖਾਂ ਦੀ ਜਿਹੜੀ ਕਦਰਾਂ ਕੀਮਤਾਂ ਸੀਗੀਆਂ, ਉਹਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਖੋਰਾ ਦਾ ਮਤਲਬ ਕੀ ਹੈ ਕਿ ਕੋਈ ਚੀਜ਼ ਹੌਲੀ-ਹੌਲੀ ਮਤਲਬ ਕੀ ਹੁੰਦੀ ਹੈ, ਖਰਾਬ ਹੋਣੀ ਸ਼ੁਰੂ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਮੇਨ ਕਾਰਨ ਉੱਥੇ ਸ਼ੁਰੂ ਹੋ ਗਿਆ। ਤਾਂ ਅਗਰ ਆਪਾਂ ਅੱਗੇ ਗੱਲ ਕਰੀਏ, ਹੁਣ ਇਸ ਤੋਂ ਬਾਅਦ ਹੁੰਦਾ ਕੀ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ, ਆਪਾਂ ਪੜ੍ਹਿਆ ਉਸ ਤੋਂ ਬਾਅਦ ਕੁੰਵਰ ਨੌਨਿਹਾਲ ਸਿੰਘ ਜੀ ਆਉਂਦੇ ਹੈ, ਖੜਕ ਸਿੰਘ ਜੀ ਆਉਂਦੇ ਹੈ, ਚੰਦ ਕੌਰ ਆਉਂਦੀ ਹੈ। ਕਹਿਣ ਦਾ ਮਤਲਬ ਮਹਾਰਾਜਾ ਦਲੀਪ ਸਿੰਘ ਜੀ ਆਉਂਦੇ ਹੈ। ਦਲੀਪ ਸਿੰਘ ਜੀ ਨੂੰ ਫਿਰ ਉਹ ਅੰਗਰੇਜ਼ ਕੀ ਕਰਦੇ ਆ, ਆਪਣੀਆਂ ਕੋਝਾਂ ਚਾਲਾਂ ਚੱਲਦੇ ਆ, ਉਹਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਉਹਦੇ ਆਸੇ-ਪਾਸੇ ਦਾ ਮਾਹੌਲ ਏਦਾਂ ਦਾ ਸਿਰਜ ਦਿੰਦੇ ਆ ਕਿ ਉਹਨੂੰ ਈਸਾਈ ਬਣਾ ਦਿੱਤਾ ਜਾਂਦਾ ਹੈ। ਕਹਿੰਦੇ ਆ ਜੀ ਕਿਸੇ ਕੌਮ ਨੂੰ ਖਤਮ ਕਰਨਾ, ਉਹਦਾ ਇਤਿਹਾਸ ਖਤਮ ਕਰ ਦਿਓ, ਉਹਦੇ ਇਤਿਹਾਸ ਦੇ ਵਿੱਚ ਛੇੜਛਾੜ ਕਰ ਦਿਓ, ਤਾਂ ਕੌਮ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਤਾਂ ਅੰਗਰੇਜ਼ਾਂ ਨੇ ਵੀ ਇਹੀ ਕੰਮ ਕੀਤਾ। ਕਹਿੰਦੇ ਜੀ ਸਿੱਖ ਰਾਜ ਦਾ ਜਦੋਂ ਪਤਨ ਹੋਇਆ 1849 ਦੇ ਵਿੱਚ, ਜਦੋਂ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਪੰਜਾਬ ਦੇ ਉੱਪਰ, ਤਾਂ ਪੰਜਾਬ ਦੀ ਧਰਤੀ ਤੇ ਕੌਣ ਆ ਗਏ, ਅੰਗਰੇਜ਼ ਆ ਗਏ। ਤਾਂ ਅੰਗਰੇਜ਼ ਤਾਂ ਕਦੇ ਵੀ ਨਹੀਂ ਚਾਹਣਗੇ ਕਿ ਸਿੱਖ ਧਰਮ ਹੋ ਗਿਆ ਜਾਂ ਹਿੰਦੂ ਧਰਮ ਹੋ ਗਿਆ ਉਹ ਵਧੇ ਫੁੱਲੇ। ਉਹ ਹਮੇਸ਼ਾ ਕੀ ਚਾਹਣਗੇ ਕਿ ਸਾਡਾ ਈਸਾਈ ਧਰਮ ਵਧੇ ਫੁੱਲੇ, ਠੀਕ ਹੈ ਜੀ। ਉਹ ਆਪਣੇ ਪੈਰ ਜਮਾਉਣਾ ਚਾਹੁੰਦੇ ਸੀਗੇ। ਤਾਂ ਉਹਨਾਂ ਨੇ ਈਸਾਈ ਧਰਮ ਦੇ ਕਹਿੰਦੇ ਪ੍ਰਚਾਰ ਕਰਨ ਵਾਸਤੇ ਕੁਝ ਕੋਝੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਕਹਿਣ ਦਾ ਮਤਲਬ ਕਿ ਮਾੜੀਆਂ ਨੀਤੀਆਂ ਲਿਆਉਣੀਆਂ ਸ਼ੁਰੂ ਕਰਤੀਆਂ। ਹੁਣ ਉਹਨਾਂ ਨੇ ਕੀ ਕੀਤਾ ਜੀ, ਅੰਗਰੇਜ਼ਾਂ ਨੇ ਮਹੰਤਾਂ ਨੂੰ ਵਰਤਣਾ ਸ਼ੁਰੂ ਕਰਤਾ। ਉਹਨਾਂ ਨੂੰ ਪਤਾ ਸੀ ਗੁਰਦੁਆਰੇ ਦੇ ਵਿੱਚ ਕੌਣ ਨੇ ਮਹੰਤ, ਉਹ ਤਾਂ ਆਲਰੇਡੀ ਕੀ ਕਰ ਰਹੇ ਨੇ, ਉੱਥੇ ਕਰਾਇਤਾਂ ਕਰ ਰਹੇ ਨੇ। ਤਾਂ ਇਹਨਾਂ ਨੇ ਕੀ ਕੀਤਾ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਅੰਗਰੇਜ਼ਾਂ ਨੇ। ਤਾਂ ਕਹਿੰਦਾ ਜੀ ਜਿਨ੍ਹਾਂ ਵਿੱਚੋਂ ਕਹਿੰਦਾ ਇੱਕ ਸਿੱਖ ਪੰਥ ਤੇ ਸਿੱਖੀ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਵੀ ਸੀਗਾ ਅੰਗਰੇਜ਼ਾਂ ਦਾ ਇੱਕ ਮੇਨ ਮਕਸਦ ਸੀਗਾ। ਉਹਨਾਂ ਨੇ ਕਹਿੰਦਾ ਕੋਸ਼ਿਸ਼ ਵੀ ਕੀਤੀ, ਕਹਿੰਦੇ ਸਿੱਖਾਂ ਦੇ ਜਿਹੜੇ ਮੂਲ ਸੋਮੇ ਸੀਗੇ, ਗੁਰਦੁਆਰੇ ਸੀਗੇ, ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਕਹਿੰਦਾ ਉਹਨਾਂ ਨੇ ਕੀ ਕੀਤਾ, ਜਿਹੜੀ
ਪੁਜਾਰੀ ਸ਼੍ਰੇਣੀ ਸੀਗੀ, ਜਿਹਨੂੰ ਆਪਾਂ ਕਹਿ ਦਿੰਦੇ ਮਹੰਤ ਕਹਿ ਦਿੰਦੇ, ਉਹਨਾਂ ਦੀ ਪਿੱਠ ਠੋਕਣੀ ਸ਼ੁਰੂ ਕਰਤੀ। ਕਹਿਣ ਦਾ ਮਤਲਬ ਅੰਗਰੇਜ਼ਾਂ ਨੇ ਕਹਿਤਾ ਤੁਸੀਂ ਜੋ ਕਰਨਾ ਆਪਦੀ ਮਨਮਰਜ਼ੀ ਕਰੋ, ਤੁਹਾਡੇ ਪਿੱਛੇ ਸਰਕਾਰ ਖੜੀ ਹੈ। ਦੇਖੋ ਹੁਣ ਕੋਈ ਬੰਦਾ ਹੈ ਮੰਨ ਲਓ ਪਿੰਡ ਦੇ ਵਿੱਚ, ਉਹ ਸਰਕਾਰ ਨਾਲ ਉਹਦੀ ਬਣਦੀ ਹੋਵੇ, ਉਹ ਆਪਦੀ ਮਨਮਰਜ਼ੀ ਕਰੂਗਾ। ਜੇ ਕੋਈ ਬੰਦਾ ਉਹਦੇ ਉਲਟ ਬੋਲਣ ਦੀ ਕੋਸ਼ਿਸ਼ ਕਰੂਗਾ, ਉਹ ਕੀ ਕਰੂਗਾ, ਸਰਕਾਰ ਨੂੰ ਕਹਿ ਕੇ ਉਹਨੂੰ ਦਬਾ ਦੂਗਾ। ਤਾਂ ਕਹਿਣ ਦਾ ਮਤਲਬ ਆਲਰੇਡੀ ਕੀ ਸੀਗਾ ਵੀ ਉੱਥੇ ਅੰਗਰੇਜ਼ ਕਾਬਜ ਹੋ ਗਏ ਤੇ ਮਹੰਤ ਆਪਦਾ ਕੀ ਕਰ ਸਕਦੇ, ਮਨਮਰਜ਼ੀ ਕਰਦੇ ਸੀਗੇ, ਤੇ ਸਰਕਾਰ ਨੇ ਉਹਨਾਂ ਦੀ ਕੀ ਕੀਤੀ, ਪਿੱਠ ਥਾਪੜਤੀ। ਤਾਂ ਕਹਿਣ ਦਾ ਮਤਲਬ ਉਹਨਾਂ ਦਾ ਕੀ ਹੋ ਗਿਆ, ਬੋਲਬਾਲਾ ਹੋ ਗਿਆ। ਠੀਕ ਹੈ ਜੀ, ਕਿਹਨਾਂ ਦਾ, ਮਹੰਤਾਂ ਦਾ, ਗੁਰਦੁਆਰਿਆਂ ਦੇ ਵਿੱਚ। ਤੇ ਗੁਰਦੁਆਰਿਆਂ ਦੀ ਕਹਿੰਦਾ ਜੀ ਜਿਹੜੀ ਪੁਜਾਰੀ ਸ਼੍ਰੇਣੀ ਸੀਗੀ, ਉਹ ਲੰਬੇ ਸਮੇਂ ਤੋਂ ਕਹਿੰਦਾ ਪੀੜ੍ਹੀ ਦਰ ਪੀੜ੍ਹੀ ਕੀ ਕਰਦੇ ਰਹੀ, ਉਹ ਸੇਵਾ ਸੰਭਾਲ ਕਰਦੀ ਰਹੀ, ਤੇ ਉਹਨੂੰ ਗੁਰਦੁਆਰਿਆਂ ਨੂੰ ਕੀ ਸਮਝਣ ਲੱਗ ਗਏ, ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਗਏ। ਸ਼ੁਰੂ ਵਿੱਚ ਤਾਂ ਉਹ ਆਏ ਸੀਗੇ ਕਾਹਦੇ ਵਾਸਤੇ, ਚੰਗੇ ਕੰਮ ਕਰਨ ਵਾਸਤੇ, ਸੇਵਾ ਸੰਭਾਲ ਕਰਨ ਵਾਸਤੇ, ਬਟ ਬਾਅਦ ਦੇ ਵਿੱਚ ਕੀ ਕਰ ਲਿਆ ਉਹਨਾਂ ਨੇ, ਆਪਣੀ ਪਰਸਨਲ ਜਾਇਦਾਦ ਸਮਝਣੇ ਸ਼ੁਰੂ ਕਰਨ ਲੱਗ ਗਏ ਗੁਰਦੁਆਰਿਆਂ ਨੂੰ। ਤਾਂ ਉਹ ਕਰਦੇ ਕੀ ਸੀ, ਅੱਗੇ ਦੇਖੋ, ਅੱਗੇ ਜਾ ਕੇ ਬਹੁਤ ਚੀਜ਼ਾਂ ਹੋਣਗੀਆਂ। ਤਾਂ ਹੌਲੀ ਹੌਲੀ ਜਿਹੜੇ ਉਹਨਾਂ ਦਾ ਕਰੈਕਟਰ ਹੈਗਾ ਰਾਜੇ, ਉਹਨਾਂ ਦਾ ਆਚਰਨ ਹੈਗਾ, ਉਹ ਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਉਹ ਸ਼ਰਾਬ ਪੀਣੀ ਸ਼ੁਰੂ ਕਰਤੀ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ। ਦੇਖੋ ਆਪਾਂ ਅੱਜ ਦੇ ਟਾਈਮ ਦੇ ਵਿੱਚ ਵੀ ਦੇਖਦੇ ਹਾਂ ਵੀ ਜਿਹੜੇ ਪਵਿੱਤਰ ਸਥਾਨ ਨੇ, ਚਾਹੇ ਆਪਣਾ ਗੁਰਦੁਆਰਾ ਹੈ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਕੁਝ ਵੀ ਹੈ, ਹਨਾ, ਪਵਿੱਤਰ ਸਥਾਨ ਤੇ ਕਦੇ ਵੀ ਕੋਈ ਬੇਅਦਬੀ ਨਹੀਂ ਕਰਨੀ ਚਾਹੀਦੀ। ਹਰੇਕ ਧਰਮ ਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ, ਆਪਣੇ ਧਰਮ ਦੇ ਵਿੱਚ ਪੱਕੇ ਹੋਣਾ ਚਾਹੀਦਾ ਹੈ। ਬਟ ਉਹ ਕੀ ਕਰਦੇ ਸੀਗੇ, ਗੁਰਦੁਆਰੇ ਦੇ ਵਿੱਚ ਹੀ ਸ਼ਰਾਬ ਅਯਾਸ਼ੀ ਕਰਨੀ ਸ਼ੁਰੂ ਕਰਤੀ, ਮਤਲਬ ਕਿ ਮਾੜੇ ਕੰਮ ਕਰਨੇ ਸ਼ੁਰੂ ਕਰਤੇ। ਉਹਦਾ ਕਾਰਨ ਕੀ ਸੀਗਾ, ਜਿਹੜੀ ਚੋਖੀ ਆਮਦਨ ਸੀਗੀ, ਤੇ ਦੂਜੀ ਜਿਹੜੀ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਕੀ ਕੀਤੀ ਸੀਗੀ, ਪਿੱਠ ਥਾਪੜੀ ਸੀਗੀ। ਉਹਦੇ ਕਾਰਨਾਂ ਕਰਕੇ ਉਹਨਾਂ ਦੇ ਕੀ ਹੋ ਗਿਆ, ਹੌਸਲੇ ਬੁਲੰਦ ਹੋ ਗਏ। ਤਾਂ ਨੈਕਸਟ ਅਗਰ ਆਪਾਂ ਦੇਖੀਏ ਜੀ, ਕਹਿੰਦੇ ਜੀ ਗੁਰਦੁਆਰੇ ਹੁਣ ਕੀ ਹੋ ਗਏ, ਸਿੱਖਾਂ ਦੇ ਕੋਈ ਜੀਵਨ ਜਾਚ ਨਹੀਂ ਰਹਿ ਗਈ। ਕਹਿਣ ਦਾ ਮਤਲਬ ਪੁਰਾਣੇ ਟਾਈਮ ਤੇ ਗੁਰਮਤਿ ਜਿਹੜਾ ਪ੍ਰਚਾਰ ਹੁੰਦਾ ਸੀ, ਉਹ ਗੁਰਦੁਆਰੇ ਦੇ ਵਿੱਚੋਂ ਹੀ ਹੁੰਦਾ ਸੀ। ਕਹਿਣ ਦਾ ਮਤਲਬ ਉੱਥੇ ਹੁਣ ਕੋਈ ਗੁਰਮਤਿ ਪ੍ਰਚਾਰ ਨਹੀਂ ਰਹਿ ਗਿਆ ਸੀਗਾ, ਉੱਥੇ ਸਿਰਫ ਅਯਾਸ਼ੀ ਦਾ ਅੱਡਾ ਬਣ ਗਿਆ ਸੀ ਗੁਰਦੁਆਰਾ ਸਾਹਿਬ। ਠੀਕ ਹੈ, ਤਾਂ ਵੱਖਰੇ ਵੱਖਰੇ ਜਿਹੜੇ ਗੁਰਦੁਆਰਾ ਸਾਹਿਬ ਸੀਗੇ। ਤਾਂ ਕਹਿੰਦੇ ਜੀ ਇੱਥੇ ਜਿਹੜੀਆਂ ਦਰਸ਼ਨ ਕਰਨ ਆਉਂਦੀਆਂ ਸੀਗੀਆਂ ਸੰਗਤਾਂ, ਉਹਨਾਂ ਦੇ ਨਾਲ ਵੀ ਕੀ ਕਰਦੇ ਸੀਗੇ, ਉਹ ਧੱਕਾ ਕਰਦੇ ਸੀਗੇ, ਔਰਤਾਂ ਦਾ ਸ਼ੋਸ਼ਣ ਕਰਦੇ ਸੀਗੇ। ਹੌਲੀ ਹੌਲੀ ਕਹਿੰਦੇ ਜੀ ਦਰਬਾਰ ਸਾਹਿਬ ਦੀ ਜਿਹੜੀ ਪਰਿਕਰਮਾ ਹੈਗੀ ਹੈ ਹਰਿਮੰਦਰ ਸਾਹਿਬ ਦੀ, ਉਹਦੇ ਵਿੱਚ ਵੀ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਆਪਣੀਆਂ ਮਾਨਮਤਾਂ ਸ਼ੁਰੂ ਹੋ ਗਈਆਂ, ਮਤਲਬ ਕਰਮਕਾਂਡ ਕਰਨੇ ਸ਼ੁਰੂ ਕਰਤੇ ਕਿਹਨਾਂ ਨੇ, ਮਹੰਤਾਂ ਨੇ। ਤੇ ਇਹ ਚੀਜ਼ਾਂ ਦੇਖੋ ਓਬਵੀਅਸ ਹੈ, ਜਿਹੜਾ ਬੰਦਾ ਸੱਚਾ ਹੋਊਗਾ ਉਹਨੂੰ ਇਹ ਚੀਜ਼ਾਂ ਕੀ ਹੋਣਗੀਆਂ, ਹਜਮ ਨਹੀਂ ਹੋਣਗੀਆਂ। ਠੀਕ ਹੈ, ਜਿਹੜਾ ਸੱਚਾ ਤੇ ਸੁੱਚਾ ਸਿੱਖ ਹੋਊਗਾ। ਤਾਂ ਕਹਿੰਦੇ ਜੀ ਭਾਵੇਂ ਆਪਾਂ ਅਗਰ ਗੱਲ ਕਰੀਏ, ਤੁਹਾਨੂੰ ਮੈਂ ਪੜ੍ਹਾਇਆ ਹੈ, ਜੇ 19ਵੀਂ ਸਦੀ ਦੀ ਗੱਲ ਕਰੀਏ, ਉਹਦੇ ਵਿੱਚ ਸਿੱਖ ਪੰਥ ਨੂੰ ਕਹਿੰਦੇ ਜੀ ਪ੍ਰਫੁੱਲਿਤ ਕਰਨ ਵਾਸਤੇ ਜਿਵੇਂ ਨਾਮਧਾਰੀ, ਨਿਰੰਕਾਰੀ, ਸਿੰਘ ਸਭਾ ਆਦਿ ਲਹਿਰਾਂ ਵੀ ਆਈਆਂ। ਬਟ ਇਹਨਾਂ ਦੇ ਸਦਕਾ ਚਾਹੇ ਕੁਝ ਪਰਸੈਂਟ ਆਪਣੀ ਜਿਹੜੀ ਸਿੱਖਾਂ ਦੀ ਹੋਂਦ ਆ ਬਰਕਰਾਰ ਵੀ ਹੋਈ, ਬਟ ਇਹ ਪੂਰੀ ਤਰ੍ਹਾਂ ਕੀ ਹੋ ਗਈਆਂ, ਸਫਲ ਨਹੀਂ ਹੋਈਆਂ ਗੀਆਂ। ਤੁਹਾਨੂੰ ਮੈਂ ਪੜ੍ਹਾਇਆ, ਦੇਖੋ ਨਿਰੰਕਾਰੀ ਲਹਿਰ ਵੀ ਤੁਹਾਨੂੰ ਮੈਂ ਪੜ੍ਹਾਈ ਹੈ, ਸਿੰਘ ਸਭਾ ਲਹਿਰ ਵੀ ਪੜ੍ਹਾਈ ਹੋਈ ਹੈ, ਤੁਹਾਨੂੰ ਰਾਧਾ ਸਵਾਮੀ ਲਹਿਰ ਵੀ ਪੜ੍ਹਾਈ ਹੋਈ ਹੈ। ਇਹ ਸਾਰੀਆਂ ਲਹਿਰਾਂ ਆਈਆਂ, ਬਟ ਇਹ ਕੁਛ ਲੈਵਲ ਤੱਕ ਹੀ ਕਰ ਸਕੀਆਂ ਕੰਮ, ਲੇਕਿਨ ਪੂਰੀ 101% ਇਹ ਮਤਲਬ ਕਿ ਗੁਰਦੁਆਰਿਆਂ ਨੂੰ ਕੀ ਕਰ ਸਕੀਆਂ, ਕਬਜ਼ੇ ਤੋਂ ਰਹਿਤ ਨਹੀਂ ਕਰ ਸਕੀਆਂ। ਤਾਂ ਅਗਰ ਆਪਾਂ ਨੈਕਸਟ ਗੱਲ ਕਰੀਏ, ਹੁਣ ਕਹਿੰਦੇ ਜੀ ਇਸੇ ਸਮੇਂ ਦੇ ਦੌਰਾਨ ਜਦੋਂ ਕਬਜ਼ਾ ਹੋ ਗਿਆ ਮਹੰਤਾਂ ਦਾ, ਤਾਂ ਇਸੇ ਸਮੇਂ ਦੇ ਦੌਰਾਨ ਦੋ ਜਿਹੜੇ ਕਮੇਟੀਆਂ ਹੈਗੀਆਂ ਜਾਂ ਦੋ ਜਿਹੜੇ ਦਲ ਹੈਗੇ ਨਿਕਲ ਕੇ ਸਾਹਮਣੇ ਆਉਂਦੇ ਆ। ਪਹਿਲਾ ਹੈਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਅੱਜ ਕੱਲ ਵੀ ਹੈਗੀ ਹੈ, ਤੇ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਰਾਜੇ ਇਹ ਬਾਦਲ ਵਾਲਾ ਨਹੀਂ ਹੈਗਾ, ਬਾਦਲ ਵਾਲਾ ਚਾਹੇ ਵੱਜਦਾ ਜ਼ਰੂਰ ਹੈ ਸ਼੍ਰੋਮਣੀ ਅਕਾਲੀ ਦਲ, ਲੇਕਿਨ ਅਸਲੀ ਅਕਾਲੀ ਉਹ ਸੀਗੇ ਜਿਹੜੇ ਕਿਸੇ ਤੋਂ ਡਰਦੇ ਨਹੀਂ ਸੀਗੇ। ਅਕਾਲ, ਅਕਾਲ ਦਾ ਮਤਲਬ ਹੁੰਦਾ ਕਿਸੇ ਤੋਂ ਡਰਦੇ ਨਹੀਂ, ਮਤਲਬ ਕਿ ਉਹ ਸੱਚੀ ਤੇ ਸੁੱਚੀ ਗੱਲ ਕਰਦੇ ਸੀਗੇ। ਤਾਂ ਬਾਦਲ ਹੋਣਾ ਤੁਹਾਨੂੰ ਪਤਾ ਹੀ ਹੈ, ਚਲੋ ਮੈਂ ਉਸ ਦੇ ਟੌਪਿਕ ਦੇ ਵਿੱਚ ਨਹੀਂ ਪੈਣਾ ਚਾਹੁੰਦਾ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਇੱਥੇ, ਉਹ ਤਾਂ ਸਾਰੇ ਪੰਥ ਨੂੰ ਹੀ ਪਤਾ, ਸਾਰੇ ਦੁਨੀਆ ਨੂੰ ਪਤਾ ਵੀ ਕੌਣ ਕਿਸ ਤਰ੍ਹਾਂ ਦਾ ਹੈਗਾ, ਕੌਣ ਚੰਗਾ ਹੈ, ਕੌਣ ਗਦਾਰ ਹੈ, ਉਹ ਆਪਾਂ ਚੀਜ਼ਾਂ 'ਚ ਨਹੀਂ ਪੈਣਾ। ਤਾਂ ਕਹਿਣ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕੀ ਆਗੇ ਹੋਂਦ ਦੇ ਵਿੱਚ ਆਏ, ਜਿਨ੍ਹਾਂ ਨੇ ਕੀ ਕੀਤਾ, ਸਿੱਖ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਰਾਜੇ ਮਹੰਤਾਂ ਦੇ ਅੰਦਰ ਇੱਕ ਡਰ ਪੈਦਾ ਕਰਤਾ ਕਿ ਛੇਤੀ ਮਹੰਤਾਂ ਨੂੰ ਐਂ ਲੱਗਣ ਲੱਗ ਗਿਆ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਆਇਆ ਸੀ, ਮਹੰਤਾਂ ਦੇ ਅੰਦਰ ਇਹ ਡਰ ਪੈਦਾ ਹੋ ਗਿਆ ਵੀ ਛੇਤੀ ਜਿਹੜੇ ਗੁਰਦੁਆਰੇ ਹੈਗੇ ਆ ਜਾਂ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈਗਾ ਉਹਨਾਂ ਦੇ ਹੱਥਾਂ ਤੋਂ ਕੀ ਹੋ ਜਾਊਗਾ, ਖੁੱਸ ਜਾਊਗਾ, ਮਤਲਬ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਚਲਾ ਜਾਊਗਾ। ਕਿਉਂਕਿ ਉਹ ਨਿੱਜੀ ਜਾਇਦਾਦ ਸਮਝਣ ਲੱਗ ਗਏ ਸੀਗੇ। ਉਹਨਾਂ ਨੂੰ ਆਇਆ ਸੀਗਾ ਵੀ ਜੇ ਗੁਰਦੁਆਰੇ ਚਲੇ ਗਏ ਸਾਡੀ ਆਮਦਨ ਕਿੱਥੋਂ ਆਊਗੀ, ਸਾਨੂੰ ਪੈਸਾ ਕਿੱਥੋਂ ਆਊਗਾ, ਅਸੀਂ ਅਯਾਸ਼ੀਆਂ ਕਿੱਥੋਂ ਕਰਾਂਗੇ। ਠੀਕ ਹੈ, ਤਾਂ ਕਹਿਣ ਦਾ ਮਤਲਬ ਇੱਥੋਂ ਜਿਹੜਾ ਮੇਨ ਦੋਫਾੜ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਮੇਨ ਲੜਾਈ ਦਾ ਕਾਰਨ ਬਣਦਾ ਹੈ। ਨਨਕਾਣਾ ਸਾਹਿਬ ਸਾਕਾ ਹੋਣ ਦਾ ਕਾਰਨ ਵੀ ਇਹੀ ਚੀਜ਼ ਬਣਦੀ ਹੈ, ਅੱਗੇ ਜਾ ਕੇ ਤੁਹਾਨੂੰ ਮੈਂ ਕਰਵਾਉਣਾ। ਤਾਂ ਅਗਰ ਆਪਾਂ ਨੈਕਸਟ ਗੱਲ ਕਰੀਏ ਰਾਜੇ, ਜੇ ਆਪਾਂ ਗੱਲ ਕਰ ਲਈਏ ਗੁਰਦੁਆਰਾ ਸੁਧਾਰ ਲਹਿਰ ਕਹਿ ਲਓ ਜਾਂ ਉਹਨੂੰ ਅਕਾਲੀ ਲਹਿਰ ਕਹਿ ਲਓ, ਗੱਲ ਇੱਕੋ ਹੀ ਹੈ। ਠੀਕ ਹੈ, ਗੁਰਦੁਆਰਾ ਸੁਧਾਰ ਲਹਿਰ ਵੀ ਕਹਿ ਦਿੰਦੇ ਆਪਾਂ ਜਾਂ ਉਹਨੂੰ ਆਪਾਂ ਅਕਾਲੀ ਲਹਿਰ ਵੀ ਕਹਿ ਦਿੰਦੇ ਹਾਂ। ਗੁਰਦੁਆਰਿਆਂ ਦੇ ਅੰਦਰ ਜਿਹੜਾ ਉਹਨਾਂ ਦਾ ਪ੍ਰਬੰਧ ਹੈਗਾ ਉਹਨੂੰ ਸੁਧਾਰਨ ਵਾਸਤੇ ਜਿਹੜੀ ਲਹਿਰ ਆਈ ਸੀ ਰਾਜੇ, ਉਹਨੂੰ ਅਕਾਲੀ ਲਹਿਰ ਜਾਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਆ। ਇਹ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਉਭਾਰ ਸੀਗਾ। ਕਹਿਣ ਦਾ ਮਤਲਬ ਲੋਕ ਬਹੁਤ ਜਾਗਰੂਕ ਹੋਏ ਆਪਣੇ ਧਰਮ ਦੇ ਪ੍ਰਤੀ, ਉਹ ਇਕੱਠੇ ਹੋਏ ਤੇ ਇਹ ਮਹੰਤਾਂ ਤੋਂ ਕੀ ਕਰਨਾ ਚਾਹੁੰਦੇ ਸੀਗੇ, ਗੁਰਦੁਆਰਿਆਂ ਦਾ ਪ੍ਰਬੰਧ ਛਡਾਉਣਾ ਚਾਹੁੰਦੇ ਸੀਗੇ। ਤਾਂ ਇਹ ਜਿਹੜੀ ਹੋਈ ਸੀ ਰਾਜੇ ਲਗਭਗ 1920 ਦੇ ਨੇੜੇ ਤੇੜੇ ਆਈ ਸੀਗੀ। ਠੀਕ ਹੈ, ਇਸ ਦੇ ਦੌਰਾਨ ਉਹਨਾਂ ਨੇ ਕੀ ਕੀਤਾ ਜੀ, ਜਿਹੜੇ ਅੰਗਰੇਜ਼ਾਂ ਦੇ ਪ੍ਰਸਤ ਮਹੰਤ ਸੀਗੇ ਉਹਨਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਜਾਂ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਉਣਾ ਚਾਹੁੰਦੇ ਸੀਗੇ। ਉਹ ਇੱਕ ਲਹਿਰ ਚੱਲੀ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਅਕਾਲੀ ਲਹਿਰ। ਠੀਕ ਹੈ ਜੀ, ਹੁਣ ਇਹ ਲਹਿਰ ਤਾਂ ਆਈ ਹੈ ਕਿਉਂਕਿ ਉਸ ਟਾਈਮ ਤੇ ਸਰਕਾਰ ਚਾਹੇ 1849 ਦੇ ਵਿੱਚ ਆ ਗਈ ਸੀ। ਦੇਖੋ ਜਿਹੜੇ 1849 ਦੇ ਵਿੱਚ ਅੰਗਰੇਜ਼ ਤਾਂ ਆ ਗਏ, ਬਟ ਉਹ ਕੋਈ ਕਾਨੂੰਨ ਨਹੀਂ ਲੈ ਕੇ ਆਏ।
ਉਹਨਾਂ ਨੇ ਕੋਈ ਕਾਨੂੰਨ ਨਹੀਂ ਲੈ ਕੇ ਆਏ। ਕਾਹਦੇ ਵਾਸਤੇ ਕਾਨੂੰਨ ਨਹੀਂ ਲੈ ਕੇ ਆਏ? ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ। ਉਹਦਾ ਕਾਰਨ ਕੀ ਸੀਗਾ? ਉਹ ਚਾਹੁੰਦੇ ਹੀ ਸੀਗੇ ਵੀ ਮਤਲਬ ਸਿੱਖ ਧਰਮ ਹੋ ਗਿਆ, ਹਿੰਦੂ ਧਰਮ ਹੋ ਗਿਆ, ਇਹਨਾਂ ਦੀ ਬੇਪੱਤੀ ਹੋਵੇ, ਤਾਂ ਜੋ ਜਿਹੜੇ ਲੋਕ ਟੁੱਟ ਕੇ ਕੀ ਹੋ ਜਾਣ, ਈਸਾਈ ਧਰਮ ਦੇ ਨਾਲ ਜੁੜ ਜਾਣ। ਤਾਂ ਹੀ ਕਰਕੇ ਉਹ ਕੋਈ ਕਾਨੂੰਨ ਨਹੀਂ ਲੈ ਕੇ ਆਏ। ਤਾਂ ਉਸ ਸਮੇਂ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਵਾਸਤੇ ਕੋਈ ਖਾਸ ਕਾਨੂੰਨ ਜਾਂ ਨਿਯਮ ਲਾਗੂ ਨਹੀਂ ਹੋਇਆ, ਕਿਉਂਕਿ ਮਹੰਤਾਂ ਦੇ ਪਿੱਠ ਦੇ ਉੱਪਰ ਕਿਹਦਾ ਹੱਥ ਸੀਗਾ? ਸਰਕਾਰ ਦਾ ਹੱਥ ਸੀਗਾ, ਬਰਤਾਨਵੀ ਸਰਕਾਰ ਦਾ, ਅੰਗਰੇਜ਼ਾਂ ਦਾ ਹੱਥ ਸੀਗਾ। ਤਾਂ ਉਹਨਾਂ ਸਮਿਆਂ ਦੇ ਵਿੱਚ ਗੁਰਦੁਆਰੇ ਦੀ ਸੰਭਾਲ ਕੌਣ ਕਰਦੇ ਸੀ ਰਾਜੇ? ਮਹੰਤ ਕਰਦੇ। ਤੁਹਾਨੂੰ ਮੈਂ ਪੜ੍ਹਾ ਚੁੱਕਿਆ। ਤੇ ਇਹ ਮਹੰਤ ਕੀ ਕਰਦੇ ਸੀਗੇ ਰਾਜੇ? ਸਰਕਾਰ ਦੀ ਸ਼ਹਿ ਤੇ ਗੁਰਦੁਆਰੇ ਦੇ ਅੰਦਰ ਸ਼ਰਾਬ ਪੀਂਦੇ, ਜੂਆ ਖੇਡਦੇ, ਸਥਾਨਾਂ ਦੀ ਲੁੱਟ-ਖਸੁੱਟ ਵੀ ਕਰਦੇ, ਸਾਰਾ ਆਮਦਨ ਖਾ ਜਾਂਦੇ। ਤਾਂ ਇਸ ਕਰਕੇ ਸਿੱਖਾਂ ਦੀ ਜਿਹੜੀ ਮੰਗ ਸੀਗੀ ਮੇਨ, ਇਹ ਸਿੱਖਾਂ ਦੇ ਨਾਲ ਜ਼ਿਆਦਾਤਰ ਮਤਲਬ ਕਿ ਤਾਂ ਜੋੜਿਆ ਜਾਂਦਾ ਕਿਉਂਕਿ ਜਿਹੜੀ ਇਹ ਅਕਾਲੀ ਲਹਿਰ ਹੈਗੀ, ਇਹ ਸਿੱਖਾਂ ਦੀ ਲਹਿਰ ਹੈ। ਠੀਕ ਹੈ ਜੀ। ਸਿੱਖਾਂ ਦੀ ਲਹਿਰ ਮੰਗ ਸੀਗੀ ਕਿ ਜਿਹੜੇ ਪਵਿੱਤਰ ਸਥਾਨ ਹੈਗੇ ਰਾਜੇ, ਇਹ ਲੋਕਾਂ ਦੀ ਜਗੀਰ ਹੈ, ਨਾ ਕਿ ਇਹਨਾਂ ਦੀ ਮਹੰਤਾਂ ਦੀ। ਠੀਕ ਹੈ, ਕਿਉਂਕਿ ਲੋਕਾਂ ਦਾ ਹੱਕ ਹੈ। ਤੇ ਇਸੇ ਕਰਕੇ ਇਹ ਚੀਜ਼ ਸ਼ੁਰੂ ਹੋਈ ਸੀਗੀ। ਹੁਣ ਅਗਰ ਆਪਾਂ ਗੱਲ ਕਰੀਏ ਰਾਜੇ, ਪਰ ਜਿਹੜੇ ਮਹੰਤ ਸੀਗੇ ਉਹ ਗੁਰਦੁਆਰਿਆਂ ਦਾ ਕਾਨੂੰਨੀ ਮਾਲਕ ਬਣਦੇ ਸੀ, ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਕਾਨੂੰਨੀ ਮਾਲਕ ਆ। ਪਰ ਜਦੋਂ ਲੋਕਾਂ ਨੇ ਇਹਦਾ ਵਿਰੋਧ ਕੀਤਾ, ਸਰਕਾਰ ਨੇ ਕੀ ਕੀਤਾ? ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਿਹੜੀ ਸਰਕਾਰ ਸੀਗੀ ਉਹ ਮਹੰਤਾਂ ਦੇ ਨਾਲ ਮਿਲੀ ਜੁਲੀ ਸੀਗੀ। ਤੇ ਇਸ ਦੇ ਨਤੀਜੇ ਵਜੋਂ ਕੀ ਹੋ ਗਿਆ ਜੀ? ਅਕਾਲੀ ਲਹਿਰ ਉੱਭਰ ਕੇ ਸਾਹਮਣੇ ਆਈ ਹੈ। ਠੀਕ ਹੈ, ਇਹੀ ਨਤੀਜਾ ਬਣਿਆ ਅਕਾਲੀ ਲਹਿਰ ਆਉਣ ਦਾ। ਤੇ ਜਿਹਦੇ ਵਿੱਚ ਕਾਫੀ ਸਿੱਖਾਂ ਨੂੰ ਤਸੀਹੇ ਵੀ ਦਿੱਤੇ ਗਏ, ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਜੇਲ੍ਹਾਂ ਵੀ ਕੱਟਣੀਆਂ ਪਈਆਂ, ਸ਼ਹੀਦੀਆਂ ਵੀ ਪਾਉਣੀਆਂ ਪਈਆਂ ਸਿੱਖਾਂ ਨੂੰ। ਤਾਂ ਇਸੇ ਲਹਿਰ ਦੇ ਅੰਡਰ ਹੋਇਆ ਸੀ ਸਾਰਾ ਕੁਛ। ਤੇ ਇਸ ਲਹਿਰ ਦੇ ਵਿੱਚ ਕਾਫੀ ਲੋਕਾਂ ਦੀ ਗ੍ਰਿਫਤਾਰੀ ਹੁੰਦੀ ਹੈ ਰਾਜੇ, ਜੇਲ੍ਹਾਂ ਕੱਟਣੀਆਂ ਪੈਂਦੀਆਂ। ਜਿਹੜੀ ਵਾਰ-ਵਾਰ ਬਾਦਲ ਕਹਿੰਦਾ ਨਹੀਂ ਹੈ ਕਿ ਇਹ ਅਕਾਲੀ ਏਦਾਂ ਨਹੀਂ ਹੈਗੀ ਪਾਰਟੀ ਬਣੀ ਹੈ, ਇਹ ਅਕਾਲੀ ਅਸੀਂ ਬਹੁਤ ਜੇਲ੍ਹਾਂ ਕੱਟੀਆਂ, ਫਲਾਨਾ ਕੀਤਾ, ਤਾਂ ਉਹ ਤਾਂ ਹੀ ਕਹਿੰਦਾ ਜੀ। ਇਹਦਾ ਇਤਿਹਾਸ ਇਸ ਤਰ੍ਹਾਂ ਦਾ ਹੈ। ਤਾਂ ਸ਼ੁਰੂ ਦੇ ਵਿੱਚ ਅਕਾਲੀ ਪੱਕੇ ਅਕਾਲੀ ਹੁੰਦੇ ਸੀ, ਅੱਜ ਕੱਲ੍ਹ ਵਾਲੇ ਅਕਾਲੀ ਨਹੀਂ। ਤਾਂ ਕਹਿੰਦਾ ਜੀ ਅਖੀਰ ਲੋਕਾਂ ਦੇ ਦਬਾਅ ਹੇਠ ਕਹਿੰਦਾ ਅੰਗਰੇਜ਼ ਸਰਕਾਰ ਨੇ ਕੀ ਕੀਤਾ? ਜਦੋਂ ਇਹ ਅਕਾਲੀ ਲਹਿਰ ਆ ਗਈ, ਲੋਕਾਂ ਦਾ ਦਬਾਅ ਬਹੁਤ ਬਣ ਗਿਆ। ਲੋਕ ਮਤਲਬ ਕਿ ਜਾਨ ਦੀ ਬਾਜੀ ਲਾਉਣਾ ਸ਼ੁਰੂ ਕਰਤੀ। ਲੋਕ ਕਹਿੰਦੇ ਵੀ ਭਾਵੇਂ ਇੱਕ ਪਾਸਾ ਹੋ ਜਾਵੇ, ਆਪਾਂ ਮਹੰਤਾਂ ਤੋਂ ਗੁਰਦੁਆਰੇ ਛਡਾਉਣੇ ਹੀ ਛਡਾਉਣੇ ਆ। ਤਾਂ ਉਹਨਾਂ ਨੇ ਮਤਲਬ ਦਬਾਅ ਜ਼ਿਆਦਾ ਹੋਣ ਕਰਕੇ ਅੰਗਰੇਜ਼ ਸਰਕਾਰ ਨੇ ਕੀ ਕੀਤਾ? ਇੱਕ 36 ਸਿੱਖਾਂ ਦੀ ਇੱਕ ਕਮੇਟੀ ਬਣਾਤੀ ਵੀ ਇਹ ਕਮੇਟੀ ਚੈੱਕ ਕਰੂਗੀ ਵੀ ਕਿਸ ਤਰ੍ਹਾਂ ਇਹ ਪ੍ਰਬੰਧ ਚਲਾਇਆ ਜਾਵੇ। ਬਟ ਸਿੱਖਾਂ ਨੂੰ ਜਿਹੜੇ ਅਸਲੀ ਅਕਾਲੀ ਸੀਗੇ ਰਾਜੇ, ਉਹਨਾਂ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀਗੀ। ਉਹ ਕਹਿੰਦੇ ਅਸੀਂ ਆਪਦੀ ਕਮੇਟੀ ਆਪ ਬਣਾਵਾਂਗੇ। ਸਰਕਾਰ ਕਿਉਂ ਬਣਾਊਗੀ? ਸਾਡੀ ਚੀਜ਼ ਹੈ, ਅਸੀਂ ਆਪਦੀ ਕਮੇਟੀ ਆਪ ਬਣਾ ਕੇ ਕੀ ਕਰਾਂਗੇ? ਇਹਦਾ ਪ੍ਰਬੰਧ ਸਟਾਰਟ ਕਰਾਂਗੇ। ਤਾਂ ਅਕਾਲੀ ਸਿੱਖਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ। ਉਹਨਾਂ ਨੇ ਕੀ ਕੀਤਾ? 36 ਨੁਮਾਇੰਦੇ ਜਿਹੜੇ ਸੀਗੇ, 36 ਬੰਦੇ ਜਿਹੜੇ ਸਰਕਾਰ ਨੇ ਚੁਣੇ ਸੀਗੇ, ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਤੇ ਟੋਟਲ 175 ਸਿੱਖਾਂ ਦੀ ਉਹਨਾਂ ਨੇ ਕੀ ਕਰ ਲਈ? ਇੱਕ ਕਮੇਟੀ ਬਣਾ ਲਈ। ਕਦੋਂ ਬਣਾਈ ਹੈ? 15 ਨਵੰਬਰ 1920 ਨੂੰ ਬਣਾਈ ਹੈ। ਤੇ ਉਹਦਾ ਨਾਮ ਕੀ ਦਿੱਤਾ ਗਿਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਠੀਕ ਹੈ, ਇੱਕ ਕਮੇਟੀ ਬਣਾਈ ਗਈ 15 ਨਵੰਬਰ 1920 ਨੂੰ। ਕਿੰਨੇ ਬੰਦੇ ਸੀਗੇ? 175 ਸਿੱਖਾਂ ਨੂੰ ਮਿਲਾ ਕੇ, ਤੇ ਉਹਦਾ ਨਾਮ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਠੀਕ ਹੈ ਜੀ। ਜਦੋਂ ਇਹ ਕਮੇਟੀ ਬਣ ਗਈ ਹੈ ਰਾਜੇ, ਤਾਂ ਇਹਦੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਰਾਜੇ, ਇਹ ਬਣੀ ਦੇਖੋ 15 ਨਵੰਬਰ ਨੂੰ, ਲੇਕਿਨ ਬਣਨ ਤੋਂ ਪਹਿਲਾਂ ਇੱਕ ਮੀਟਿੰਗ ਹੋਊਗੀ ਤਾਂ ਹੀ ਕਮੇਟੀ ਬਣੂਗੀ ਨਾ। ਤਾਂ ਇਹ ਮਤਲਬ ਕਿ ਇਹ ਬਣ ਗਈ, ਸੌਰੀ, ਕਮੇਟੀ ਬਣ ਗਈ ਹੈ। ਕਮੇਟੀ ਤੋਂ ਬਾਅਦ ਇਹਦੀ ਮੀਟਿੰਗ ਹੁੰਦੀ ਹੈ। ਮੀਟਿੰਗ ਕਦੋਂ ਹੁੰਦੀ ਹੈ? 12 ਦਸੰਬਰ 1920 ਨੂੰ ਇੱਕ ਮੀਟਿੰਗ ਹੁੰਦੀ ਹੈ। ਇਸ ਦੀ ਪਹਿਲੀ ਮੀਟਿੰਗ ਮੰਨੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ? ਹੁਣ ਕੋਈ ਕਮੇਟੀ ਬਣ ਗਈ ਹੈ, ਕਮੇਟੀ ਦੇ ਵਿੱਚ ਕੋਈ ਪ੍ਰਧਾਨ ਵੀ ਹੋਊਗਾ, ਕੋਈ ਸਕੱਤਰ ਵੀ ਹੋਊਗਾ, ਕੋਈ ਉਪ ਪ੍ਰਧਾਨ ਵੀ ਹੋਊਗਾ। ਤਾਂ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਹੁੰਦਾ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਜਿਹੜਾ ਐਕਟ ਆਇਆ ਰਾਜੇ 1925 ਦੇ ਵਿੱਚ ਆਇਆ। ਐਕਟ ਜਿਹੜਾ ਆਇਆ 1925 ਦੇ ਵਿੱਚ ਆਇਆ, ਉਹ ਮੈਂ ਨੈਕਸਟ ਵੀਡੀਓ 'ਚ ਪੜਾਉਂਗਾ, ਹਜੇ ਨਹੀਂ ਪੜਾ ਰਿਹਾ। ਕੁਐਸਚਨ ਇਹ ਪੁੱਛਿਆ ਜਾਂਦਾ ਹੁੰਦਾ ਵੀ ਐਕਟ ਤੋਂ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਉਹਦਾ ਪਹਿਲਾ ਪ੍ਰਧਾਨ ਕੌਣ ਸੀਗਾ? ਤਾਂ ਪਹਿਲਾ ਪ੍ਰਧਾਨ ਹੈਗਾ ਸੁੰਦਰ ਸਿੰਘ ਮਜੀਠੀਆ। ਇਹ ਯਾਦ ਰੱਖਿਓ। ਆਫਟਰ ਐਕਟ ਜਿਹੜਾ ਬਣੂਗਾ ਬਾਬਾ ਖੜਕ ਸਿੰਘ ਜੀ ਹੋਣਗੇ, ਉਹ ਆਪਾਂ ਨੈਕਸਟ ਵੀਡੀਓ 'ਚ ਪੜਾਂਗੇ। ਫਿਲਹਾਲ ਦੀ ਘੜੀ ਆਪਾਂ ਹਜੇ ਪੜ ਰਹੇ ਹਾਂ 1920 ਦੇ ਵਿੱਚ ਜਿਹੜੀ ਬਣੀ ਸੀਗੀ ਕਮੇਟੀ, ਉਹਦੀ ਪਹਿਲੀ ਮੀਟਿੰਗ ਹੋਈ। ਉਸ ਮੀਟਿੰਗ 'ਚ ਫੈਸਲਾ ਕੀ ਲਿਆ ਗਿਆ? ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਹਰਬੰਸ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟ, ਤੇ ਭਾਈ ਜੋਧ ਸਿੰਘ ਨੂੰ ਕੀ ਚੁਣਿਆ ਗਿਆ? ਸੈਕਟਰੀ ਚੁਣਿਆ ਗਿਆ, ਸਕੱਤਰ ਚੁਣਿਆ ਗਿਆ। ਇਹ ਚੀਜ਼ਾਂ ਯਾਦ ਰੱਖ ਲਿਓ ਤੁਸੀਂ। ਇਸ ਤੋਂ ਬਾਅਦ ਇਸ ਕਮੇਟੀ ਨੇ ਕੀ ਕੀਤਾ ਜੀ? ਸਾਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਵੀ ਹੁਣ ਜਿੰਨੇ ਵੀ ਗੁਰਦੁਆਰਾ ਸਾਹਿਬ ਹੈਗੇ ਆ, ਸਾਰਿਆਂ ਦਾ ਪ੍ਰਬੰਧ ਕੌਣ ਕਰਾਂਗੇ? ਆਪਾਂ ਕਰਾਂਗੇ। ਠੀਕ ਹੈ। ਤਾਂ ਚਲੋ ਜੀ, ਇਹ ਚੀਜ਼ਾਂ ਹੋਈਆਂ। ਤੇ ਕਹਿੰਦੇ ਜੀ ਫਿਰ ਇਹਦੇ ਨਾਲ ਅਗਰ ਆਪਾਂ ਗੱਲ ਕਰੀਏ, 14 ਦਸੰਬਰ 1920 ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਵੀ ਹੋਂਦ ਦੇ ਵਿੱਚ ਆਇਆ। ਇਸ ਕਮੇਟੀ ਤੋਂ ਬਾਅਦ 14 ਦਸੰਬਰ 1920 ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ। ਇਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਵੀ ਆਪਾਂ ਗੁਰਦੁਆਰਿਆਂ ਦਾ ਪ੍ਰਬੰਧ ਤਾਂ ਕਰ ਹੀ ਰਹੇ ਹਾਂ, ਨਾਲ ਆਪਾਂ ਨੂੰ ਸਰਕਾਰ ਵੀ ਚਾਹੀਦੀ ਹੈ, ਆਪਣੀ ਕੋਈ ਸਰਕਾਰੀ ਪਾਰਟੀ ਵੀ ਚਾਹੀਦੀ ਹੈ ਜਿਹੜੀ ਕਿ ਵੋਟਾਂ ਲੜ ਸਕੇ। ਤਾਂ ਕਰਕੇ ਇਹਨਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ 'ਚ ਲੈ ਕੇ ਆਏ 14 ਦਸੰਬਰ 1920 ਨੂੰ। ਤਾਂ ਕਹਿੰਦਾ ਜੀ ਦੋਵਾਂ ਸੰਸਥਾਵਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਹੈ ਤੇ ਵੱਖ-ਵੱਖ ਗੁਰਦੁਆਰਿਆਂ ਤੋਂ ਮਹੰਤਾਂ ਤੇ ਪੁਜਾਰੀਆਂ ਦੇ ਸ਼ਿਕੰਜੇ 'ਚ ਛੁਡਾਇਆ ਰਾਜੇ, ਤੇ ਇਹਨਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ, ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ। ਤਾਂ ਇਹਦੇ ਵਿੱਚ ਆਪਾਂ ਵੱਖਰੀਆਂ ਗੁਰੂ ਕਾ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਠੀਕ ਹੈ ਜੀ, ਇਹ ਸਾਰੇ ਮੋਰਚੇ ਆਪਾਂ ਪੜਾਂਗੇ ਹੌਲੀ-ਹੌਲੀ। ਤਾਂ ਇਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਨਨਕਾਣਾ ਸਾਹਿਬ ਦਾ, ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਇਹ ਸਾਰੀਆਂ ਜਿਹੜੀਆਂ ਕੁਰਬਾਨੀਆਂ ਸੀਗੀਆਂ, ਇੱਕ ਦਾਸਤਾਨ ਜਿਹੜੀ ਹੈਗੀ ਆ ਬਹੁਤ ਲਾਸਾਨੀ ਹੈ, ਬਹੁਤ ਮਹੱਤਵਪੂਰਨ ਆਪਣੇ ਐਗਜ਼ਾਮ ਵਾਸਤੇ ਵੀ ਔਰ ਆਪਣੇ ਇਤਿਹਾਸ ਵਾਸਤੇ ਵੀ। ਤਾਂ ਅੱਜ ਆਪਾਂ ਪੜਾਂਗੇ ਜੀ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਮੇਨ ਹੋਇਆ ਸੀਗਾ। ਠੀਕ ਹੈ ਜੀ। ਤੇ ਜਿਹੜੇ ਇਹ ਜਿੰਨੇ ਵੀ ਮੋਰਚੇ ਚਲਾਏ ਗਏ ਰਾਜੇ, ਸ਼ਾਂਤੀਮਈ ਢੰਗ ਨਾਲ ਚਲਾਏ ਗਏ, ਹਥਿਆਰਬੰਦ ਮੋਰਚੇ ਨਹੀਂ ਸੀਗੇ। ਇਹ ਸਿਰਫ ਇੱਕ ਸ਼ਾਂਤੀਮਈ ਢੰਗ ਨਾਲ ਚਲਾਏ ਗਏ ਮੋਰਚੇ ਸੀਗੇ।
ਤੇ ਇਹਦੇ ਵਿੱਚ ਸੈਂਕੜੇ ਜਿਹੜੇ ਸਿੱਖ ਆਗੂ ਸੀਗੇ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਰਾਜੇ, ਸ਼ਹੀਦੀਆਂ ਵੀ ਦਿੱਤੀਆਂ ਨੇ, ਠੀਕ ਹੈ ਜੀ, ਇਹ ਯਾਦ ਰੱਖਿਓ। ਹੁਣ ਆਪਾਂ ਸਭ ਤੋਂ ਪਹਿਲਾਂ ਮੋਰਚਾ ਇਹਦੇ ਵਿੱਚ ਪੜ੍ਹਦੇ ਹਾਂ। ਮੋਰਚਾ ਕਹਿ ਲਓ, ਨਨਕਾਣਾ ਸਾਹਿਬ ਦਾ ਸਾਕਾ ਕਹਿ ਲਓ, ਇੱਕੋ ਗੱਲ ਹੀ ਹੈ। ਹੁਣ ਨਨਕਾਣਾ ਸਾਹਿਬ ਦਾ ਸਾਕਾ ਸਭ ਤੋਂ ਮਹੱਤਵਪੂਰਨ ਤਾਂ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਸੀਗਾ, ਕਿਉਂਕਿ ਉੱਥੋਂ ਦਾ ਜਿਹੜਾ ਮਹੰਤ ਸੀਗਾ ਉਹਦਾ ਦਿਮਾਗ ਜ਼ਿਆਦਾ ਹੀ ਖਰਾਬ ਸੀਗਾ। ਤਾਂ ਨਨਕਾਣਾ ਸਾਹਿਬ ਦਾ ਅਗਰ ਸਾਕਾ ਪੜ੍ਹਨਾ ਤੁਸੀਂ 4 ਲਾਈਨਾਂ 'ਚ ਵੀ ਪੜ੍ਹ ਸਕਦੇ ਹੋ, ਬਟ ਤੁਹਾਨੂੰ ਆਪਣਾ ਇਤਿਹਾਸ ਪਤਾ ਹੋਣਾ ਚਾਹੀਦਾ ਜੇ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਆ। ਕਿਉਂਕਿ ਅਗਰ ਆਪਾਂ ਨੂੰ ਇਤਿਹਾਸ ਨਹੀਂ ਪਤਾ ਹੋਊਗਾ, ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸਾਂਗੇ। ਸਿਰਫ ਕਿ ਐਗਜ਼ਾਮ ਵਾਸਤੇ ਤਾਂ ਆਪਾਂ ਪੜ੍ਹਨਾ ਹੀ ਪੜ੍ਹਨਾ, ਲੇਕਿਨ ਆਪਾਂ ਆਪਣੀ ਜਨਰੇਸ਼ਨ ਵਾਸਤੇ ਵੀ ਪੜ੍ਹਨਾ ਰਾਜੇ। ਤਾਂ ਗੱਲ ਕਰਦੇ ਆ ਜੀ, ਆਪਾਂ ਨਨਕਾਣਾ ਸਾਹਿਬ ਦੀ ਗੱਲ ਕਰਦੇ ਆ। ਨਨਕਾਣਾ ਸਾਹਿਬ ਤੁਹਾਨੂੰ ਸਭ ਨੂੰ ਪਤਾ ਹੀ ਹੈ, ਗੁਰੂ ਨਾਨਕ ਦੇਵ ਜੀ ਦਾ ਬਰਥ ਸਥਾਨ ਹੈ ਨਨਕਾਣਾ ਸਾਹਿਬ, ਪਾਕਿਸਤਾਨ ਦੇ ਵਿੱਚ ਹੈਗਾ। ਤਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਥਾਨ ਹੈ ਰਾਜੇ, ਉਹਦਾ ਪ੍ਰਬੰਧ ਜੇ ਗੱਲ ਕਰੀਏ 1920 ਦੇ ਵਿੱਚ ਇੱਕ ਮਹੰਤ ਸੀਗਾ, ਉਹਦਾ ਨਾਮ ਸੀਗਾ ਨਰੈਣ ਦਾਸ। ਤਾਂ ਨਰੈਣ ਦਾਸ ਚਲਾਉਂਦਾ ਸੀਗਾ, ਜਿਹੜਾ ਬਹੁਤ ਮਤਲਬ ਕਿ ਕਹਿ ਲਓ ਭੈੜੇ ਚਰਨ ਦਾ ਬੰਦਾ ਸੀਗਾ, ਸ਼ਰਾਬੀ ਕਬਾਬੀ ਬੰਦਾ ਸੀਗਾ, ਤੇ ਕਰੈਕਟਰਲੈਸ ਬੰਦਾ ਕਹਿ ਸਕਦੇ ਆਪਾਂ ਉਹਨੂੰ। ਜਿੰਨਾ ਘਟੀਆ ਤੋਂ ਘਟੀਆ ਕਹਿ ਸਕਦੇ ਆਪਾਂ, ਉਸ ਤੋਂ ਜ਼ਿਆਦਾ ਘਟੀਆ ਬੰਦਾ ਸੀਗਾ। ਤਾਂ ਉਹਨੇ ਕੀ ਕੀਤਾ ਜੀ, ਜਿਹੜਾ ਨਨਕਾਣਾ ਸਾਹਿਬ ਸੀਗਾ ਉਹਨੇ ਅਯਾਸ਼ੀ ਦਾ ਅੱਡਾ ਬਣਾ ਲਿਆ। ਸ਼ਰਾਬੀ, ਭੰਗੀ, ਪੋਸਤੀ ਸਾਰੇ ਉੱਥੇ ਮਤਲਬ ਕਿ ਉਹਦੇ ਕੋਲੇ ਆਉਂਦੇ ਸੀਗੇ ਮੱਥਾ ਟੇਕਣ, ਠੀਕ ਹੈ ਜੀ। ਤਾਂ ਉਹ ਗੁਰਦੁਆਰੇ ਦੇ ਹਦੂਦ ਦੇ ਅੰਦਰ, ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸ਼ਰਾਬ ਦੇ ਜਿਹੜੇ ਦੌਰ ਸੀਗੇ ਉਹ ਆਮ ਚੱਲਦੇ ਸੀਗੇ। ਉਹ ਸਰੋਵਰ ਸਾਹਿਬ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਠੰਡੀਆਂ ਕਰਦਾ ਸੀਗਾ। ਕਹਿਣ ਦਾ ਮਤਲਬ ਬਹੁਤ ਮਾੜੇ ਕੰਮ ਕਰਦਾ ਸੀ। ਯਾਰ ਇਹ ਤਾਂ ਮੈਨੂੰ ਕਹਿਣ ਨੂੰ ਵੀ ਦਿਲ ਨਹੀਂ ਕਰ ਰਿਹਾ, ਮੈਨੂੰ ਐਵੇਂ ਆਪਣੇ ਆਪ ਗੁੱਸਾ ਆਈ ਜਾਂਦਾ। ਤਾਂ ਕਹਿਣ ਦਾ ਮਤਲਬ ਮਾੜੇ ਕੰਮ ਕਰਦਾ ਸੀਗਾ। ਅਗਰ ਆਪਾਂ ਗੱਲ ਕਰੀਏ ਜੀ, ਫਿਰ ਉਹਨੇ ਸਭ ਤੋਂ ਗੰਦਾ ਕੰਮ ਕੀ ਕੀਤਾ ਜਾਂ ਮਾੜਾ ਕੰਮ ਕੀ ਕੀਤਾ, ਜਿੱਥੋਂ ਮੇਨ ਇਹ ਮਤਲਬ ਕਿ ਸਾਕਾ ਵਾਪਰਦਾ ਹੈ। ਇਹਨੇ ਕੀ ਕੀਤਾ 1917 ਦੇ ਵਿੱਚ ਕੀ ਕੀਤਾ, ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵੇਸਵਾ ਦਾ ਨਾਚ ਕਰਾਇਆ, ਠੀਕ ਹੈ ਜੀ। ਮਤਲਬ ਕਿ ਮਾੜੇ, ਜਿਵੇਂ ਅੱਜ ਕੱਲ੍ਹ ਲੋਕ ਆਰਕੈਸਟਰਾ ਲੈ ਕੇ ਜਾਂਦੇ ਆ ਉਸ ਤਰ੍ਹਾਂ, ਮਤਲਬ ਕਿ ਉੱਥੇ ਕੀ ਨਾਚ ਨਚਾਇਆ, ਮਾੜਾ ਕੰਮ ਕੀਤਾ। ਤੇ ਜਿਹਦੇ ਕਰਕੇ ਕਹਿੰਦਾ ਜੀ ਮਹੰਤ ਦੀ ਜਿਹੜੀ ਇਹ ਹਰਕਤ ਸੀਗੀ ਰਾਜੇ, ਇਸ ਕਰ ਖਿਲਾਫ ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀਗਾ। ਲੋਕਾਂ ਦੇ ਅੰਦਰ ਪੂਰਾ ਐਂ ਸੀਗਾ ਵੀ ਅਸੀਂ ਇਹਨੂੰ ਛੱਡਣਾ ਨਹੀਂ, ਹੁਣ ਇਹਨੇ ਤਾਂ ਹੁਣ ਹੱਦ ਹੀ ਕਰਤੀ ਹੈ, ਠੀਕ ਹੈ ਜੀ। ਤਾਂ ਅਖਬਾਰਾਂ ਦੇ ਵਿੱਚ ਕਹਿ ਲਓ, ਸਿੰਘ ਸਭਾਵਾਂ ਦੇ ਵਿੱਚ ਕਹਿ ਲਓ, ਸੰਗਤਾਂ ਦੇ ਵਿੱਚ ਕਹਿ ਲਓ, ਇਸ ਦੇ ਖਿਲਾਫ ਮਤੇ ਪਾਸ ਕੀਤੇ ਗਏ ਵੀ ਇਹਨੂੰ ਆਪਾਂ ਹੁਣ ਛੱਡਣਾ ਨਹੀਂ, ਇਹ ਤਾਂ ਬਹੁਤ ਮਾੜੇ ਕੰਮ ਕਰਨੇ ਸ਼ੁਰੂ ਕਰਤੇ। ਤਾਂ ਸਰਕਾਰ ਨੂੰ ਵੀ ਇਹ ਖਬਰ ਕੀਤੀ ਗਈ, ਪਰ ਸਰਕਾਰ ਨੇ ਤੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ, ਅੰਗਰੇਜ਼ੀ ਸਰਕਾਰ ਤਾਂ, ਵੀ ਹਾਂ ਇਹ ਕੰਮ ਹੋਵੇ, ਸਿੱਖਾਂ ਨੂੰ ਆਪਾਂ ਤੋੜੀਏ ਗੁਰਦੁਆਰਾ ਸਾਹਿਬ ਦੇ ਨਾਲੋਂ। ਤਾਂ ਇਸ ਕਰਕੇ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ, ਜਦੋਂ ਕੋਈ ਸਰਕਾਰ ਕਾਰਵਾਈ ਨਹੀਂ ਕਰਦੀ, ਫਿਰ ਲੋਕ ਉਹ ਤਾਂ ਫੈਸਲਾ ਕਰਦੇ ਆ, ਠੀਕ ਹੈ। ਤਾਂ ਜੇ ਆਪਾਂ ਗੱਲ ਕਰੀਏ ਜਿਹੜਾ ਮਹੰਤ ਨਰਾਇਣ ਦਾਸ ਸੀਗਾ ਰਾਜੇ, ਉਹਦੇ ਜਿਹੜੇ ਚੇਲੇ ਸੀਗੇ ਉਹ ਵੀ ਬਹੁਤ ਵਿਗੜੇ ਹੋਏ ਸੀਗੇ। ਇੱਕ ਉਹਨਾਂ ਨੇ ਮਾੜਾ ਕੰਮ ਕੀ ਕੀਤਾ, 1918 ਦੀ ਗੱਲ ਹੈ, ਠੀਕ ਹੈ, ਤੁਸੀਂ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਇੱਕ ਰਿਟਾਇਰਡ ਵਿਚਾਰਾ ਅਫਸਰ ਸੀਗਾ, ਉਹ ਆਪਣੇ ਪਰਿਵਾਰ ਸਮੇਤ ਨਨਕਾਣਾ ਸਾਹਿਬ ਕੀ ਆਇਆ, ਮੱਥਾ ਟੇਕਣ ਆਇਆ। ਤਾਂ ਉਹਦੀ ਵਿਚਾਰੀ 13 ਸਾਲ ਦੀ ਇੱਕ ਛੋਟੀ ਜਿਹੀ ਬੱਚੀ ਨਾਲ ਕੀ ਕੀਤਾ ਉਹਨਾਂ ਨੇ, ਉਹਦੇ ਚੇਲਿਆਂ ਨੇ ਕੀ ਕੀਤਾ, ਬਲਾਤਕਾਰ ਕਰਤਾ, ਜਿਹੜੀ ਕਿ ਬਹੁਤ ਮਾੜੀ ਘਟਨਾ ਸੀਗੀ। ਇਸ ਤੋਂ ਇਲਾਵਾ ਰਾਜੇ ਜੇ ਆਪਾਂ ਗੱਲ ਕਰੀਏ ਪੂਰਨਮਾਸ਼ੀ ਦੇ ਵਿੱਚ ਜਦੋਂ ਕੋਈ ਸੰਗਤਾਂ ਆਉਂਦੀਆਂ ਸੀਗੀਆਂ, ਤਾਂ ਚੇਲੇ ਉਹਦੇ ਇਹੀ ਕੰਮ ਕਰਦੇ ਸੀਗੇ, ਬੀਬੀਆਂ ਦੇ ਨਾਲ ਮਾੜਾ ਕੰਮ ਕਰਦੇ ਸੀਗੇ। ਤਾਂ ਜਦੋਂ ਸੰਗਤਾਂ ਜਾਂ ਸਿੱਖ ਉਹਨਾਂ ਦਾ ਵਿਰੋਧ ਕਰਦੇ ਸੀ, ਅੱਗੋਂ ਪਤਾ ਕੀ ਕਹਿੰਦੇ ਸੀਗੇ, ਇਹ ਤਾਂ ਸਾਡੀ ਨਿੱਜੀ ਪ੍ਰਾਪਰਟੀ ਹੈ, ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ ਇਸਤਰੀਆਂ ਨਾ ਭੇਜੋ ਗੁਰਦੁਆਰਾ ਸਾਹਿਬ ਦੇ ਵਿੱਚ। ਤਾਂ ਕਹਿਣ ਦਾ ਮਤਲਬ ਬਹੁਤ ਵਿਗੜ ਚੁੱਕੇ ਸੀਗੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਸੀਗਾ, ਰੱਬ ਦਾ ਡਰ ਤਾਂ ਉਹਨਾਂ ਨੂੰ ਕੀ ਸੀਗਾ, ਉਹਨੂੰ ਪਤਾ ਸੀ ਸਰਕਾਰ ਸਾਡੇ ਨਾਲ ਹੀ ਹੈ। ਤਾਂ ਕਹਿਣ ਦਾ ਮਤਲਬ ਰੱਬ ਤੋਂ ਡਰਨਾ ਚਾਹੀਦਾ, ਇਹੋ ਜਿਹੇ ਮਾੜੇ ਲੋਕ ਵੀ ਹੋਏ ਆ। ਤਾਂ ਨੈਕਸਟ ਗੱਲ ਕਰੀਏ ਰਾਜੇ, ਮਹੰਤ ਦੀ ਜਿਹੜੀ ਗੁੰਡਾਗਰਦੀ ਸੀਗੀ, ਇਹ ਦਿਨ ਪਰ ਦਿਨ ਵੱਧਦੀ ਜਾਂਦੀ ਸੀਗੀ। ਇਹਨੂੰ ਵੱਧਦੇ ਹੋਏ ਦੇਖਦੇ ਹੋਏ 26 ਜਨਵਰੀ 1921 ਨੂੰ ਕੀ ਹੋਇਆ ਜੀ, ਇੱਕ ਕਮੇਟੀ ਦਾ ਇਜਲਾਸ ਹੋਇਆ। ਇਜਲਾਸ ਦਾ ਮਤਲਬ ਹੁੰਦਾ ਮੀਟਿੰਗ। ਤਾਂ 26 ਜਨਵਰੀ ਨੂੰ 1921 ਨੂੰ ਕੀ ਕੀਤਾ ਜੀ, ਜਿਹੜੀ ਕਮੇਟੀ ਸੀ, ਦੇਖੋ ਕਮੇਟੀ ਤਾਂ 1920 ਦੇ ਵਿੱਚ ਬਣ ਗਈ, ਤੁਹਾਨੂੰ ਮੈਂ ਦੱਸਿਆ। ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸੌਰੀ ਕੀ ਕੀਤਾ, ਇੱਕ ਮੀਟਿੰਗ ਕੀਤੀ ਗਈ। ਉਹ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ, ਕਹਿੰਦੇ ਜੀ 4, 5 ਤੇ 6 ਮਾਰਚ 1921 ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ। ਤਾਂ ਇਹ ਕਹਿੰਦੇ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਵੀ ਆਪਾਂ 4, 5 ਤੇ 6 ਮਾਰਚ ਨੂੰ ਇੱਕ ਭਾਰੀ ਇਕੱਠ ਕਰੀਏ, ਜਿਹਦੇ ਵਿੱਚ ਆਪਾਂ ਕੀ ਕਰੀਏ, ਗੁਰਦੁਆਰਾ ਸਾਹਿਬ ਦੇ ਜਿਹੜੇ ਮਹੰਤ ਜਿਹੜੇ ਮਾੜਾ ਕੰਮ ਕਰਦੇ ਆ, ਇਹਦੇ ਬਾਰੇ ਵਿਚਾਰ ਚਰਚਾ ਹੋਵੇ ਵੀ ਇਹਨੂੰ ਆਪਾਂ ਕਿਵੇਂ ਇਹਨੂੰ ਰੋਕਿਆ ਜਾਵੇ। ਖਾਸ ਕਰਕੇ ਨਨਕਾਣਾ ਸਾਹਿਬ ਦੇ ਬਾਰੇ ਜ਼ਿਆਦਾ ਇਹ ਚਿੰਤਤ ਦੇ ਵਿੱਚ ਸੀਗੇ ਸਿੱਖ ਉਸ ਟਾਈਮ ਤੇ। ਤਾਂ ਇਹਦੇ ਵਿੱਚ ਹੁੰਦਾ ਕੀ ਹੈ ਰਾਜੇ, ਜਦੋਂ ਇਹ ਮਤਲਬ ਕਿ ਜਦੋਂ ਮੀਟਿੰਗਾਂ ਹੋ ਰਹੀਆਂ ਹੁੰਦੀਆਂ, ਤਾਂ ਜਿਹੜਾ ਮਹੰਤ ਹੁੰਦਾ ਰਾਜੇ, ਉਹਦੇ ਵੀ ਬਹੁਤ ਚੇਲੇ ਚਪਟੇ ਹੁੰਦੇ ਆ। ਇਹਨੇ ਆਪਣੇ ਮਤਲਬ ਖੁਫੀਆ ਬੰਦੇ ਵੀ ਛੱਡੇ ਹੁੰਦੇ ਸਿੱਖਾਂ ਦੇ ਵਿੱਚ। ਤਾਂ ਇਹਨੂੰ ਇੱਕ ਸੂਹ ਮਿਲਦੀ ਹੈ, ਸੂਹ ਦਾ ਮਤਲਬ ਹੁੰਦਾ ਇਹਨੂੰ ਖਬਰ ਮਿਲਦੀ ਹੈ। ਇਹਨੂੰ ਖਬਰ ਮਿਲਦੀ ਹੈ ਵੀ ਜਿਹੜੀ ਇਹ ਚੀਜ਼ਾਂ ਸਿੱਖ ਕਰ ਰਹੇ ਆ, ਤੇ ਮਤਲਬ ਕਿ ਇਹਦੇ ਉਲਟ ਇਹਦੇ ਵਰਖਲਾਫ ਸਿੱਖ ਕੀ ਕਰ ਰਹੇ ਨੇ, ਮੀਟਿੰਗਾਂ ਕਰ ਰਹੇ ਨੇ। ਤਾਂ ਇੱਕ ਚਾਲ ਚੱਲਦਾ ਹੈ। ਚਾਲ ਕੀ ਚੱਲਦਾ ਹੈ, ਇਹਨੇ ਇੱਕ ਕਾਨਫਰੰਸ ਕਰਦਾ ਹੈ। ਮਤਲਬ ਜਿਵੇਂ ਸਿੱਖਾਂ ਨੇ ਇੱਕ ਮੀਟਿੰਗ ਕੀਤੀ, ਇਹਨੇ ਵੀ ਇੱਕ ਕਾਨਫਰੰਸ ਰੱਖ ਲਈ। ਇਹਨੇ ਰੱਖੀ ਕਦੋਂ ਆ, 20 ਤੇ 21 ਫਰਵਰੀ 1921 ਨੂੰ ਇਹਨੇ ਵੀ ਇੱਕ ਕਾਨਫਰੰਸ ਰੱਖ ਲਈ। ਉਸ ਕਾਨਫਰੰਸ ਦੇ ਵਿੱਚ ਇਹਨੇ ਬਹੁਤ ਵੱਡੇ ਵੱਡੇ ਸਿੱਖ ਆਗੂ ਹੋ ਗਏ, ਮਹੰਤ ਹੋ ਗਏ, ਮੰਦਰਾਂ ਦੇ ਪੁਜਾਰੀ ਹੋ ਗਏ, ਉਹਨਾਂ ਦੀ ਮੀਟਿੰਗ ਕੀਤੀ। ਤਾਂ ਉਹਦੇ ਵਿੱਚ ਇਹਨੇ ਬਾਬਾ ਕਰਤਾਰ ਸਿੰਘ ਬੇਦੀ ਜੀ ਹੋ ਗਏ, ਠੀਕ ਹੈ, ਉਹਦੀ ਪ੍ਰਧਾਨਗੀ ਦੇ ਹੇਠ ਕੀ ਕੀਤਾ ਜੀ, ਇਹਨਾਂ ਨੇ ਇੱਕ ਮਹੰਤਾਂ ਦੀ ਜਿੰਨੇ ਵੀ ਮਤਲਬ ਧਾਰਮਿਕ ਬੰਦੇ ਸੀਗੇ ਸਾਰਿਆਂ ਨੇ ਕੀ ਕੀਤੀ, ਇੱਕ ਕਾਨਫਰੰਸ ਬੁਲਾਈ, ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ, ਵੀ ਇਹ ਇੱਕ ਮਾੜਾ ਕੰਮ ਕਰ ਰਹੀ ਹੈ, ਇਹਨੂੰ ਆਪਾਂ ਕੋਈ ਮਾਨਤਾ ਨਹੀਂ ਦੇਣੀਗੀ।
ਤੇ ਇਹਨੂੰ ਆਪਾਂ ਕੀ ਕਰਨਾ ਹੈ, ਮਤਲਬ ਕਿ ਮੰਨਣਾ ਨਹੀਂ, ਇਹਦਾ ਕੋਈ ਵੀ ਫੈਸਲਾ ਆਪਾਂ ਕੀ ਕਰਨਾ ਹੈ, ਮੰਨਣਾ ਨਹੀਂਗਾ। ਮਤਲਬ ਕਹਿਣ ਦਾ ਮਤਲਬ ਲੋਕਾਂ ਨੂੰ ਆਪਣੇ ਵੱਸ ਚ ਕਰਨਾ ਚਾਹੁੰਦਾ ਸੀ ਨਰੈਣ ਦਾਸ। ਤਾਂ ਇਹਨਾਂ ਨੇ ਕੀ ਕੀਤਾ ਜੀ, ਉਸੇ ਟਾਈਮ ਤੇ ਜਿਹੜਾ ਮਹੰਤ ਸੀਗਾ ਉਹਨੇ ਇੱਕ ਸੰਤ ਸੇਵਕ ਨਾਮ ਦਾ ਅਖਬਾਰ ਕੱਢਣ ਦਾ ਵੀ ਫੈਸਲਾ ਕੀਤਾ। ਜਦੋਂ ਇਹ ਮੀਟਿੰਗ ਹੋਈ ਹੈ 20 ਤੇ 21 ਫਰਵਰੀ ਨੂੰ 1921 ਨੂੰ ਕਾਨਫਰੰਸ ਕੀਤੀ ਹੈ ਨਰੈਣ ਦਾਸ ਨੇ, ਉਹਦੇ ਵਿੱਚ ਸੰਤ ਸੇਵਕ ਨਾਮ ਦਾ ਇੱਕ ਅਖਬਾਰ ਕੱਢਣ ਦਾ ਵੀ ਨਿਰਣਾ ਹੋਇਆ। ਠੀਕ ਹੈ ਜੀ। ਉਹਦੇ ਵਿੱਚ ਕੀ ਕੀਤਾ ਜੀ ਇਹਨੇ, ਇਹਨੂੰ ਪਤਾ ਸੀਗਾ ਵੀ ਉਧਰ ਉਹ ਵੀ ਆਪਦੀਆਂ ਮੀਟਿੰਗਾਂ ਕਰਦੇ ਫਿਰਦੇ ਆ ਸ਼੍ਰੋਮਣੀ ਕਮੇਟੀ ਵਾਲੇ, ਤੇ ਇਧਰ ਇਹਨੂੰ ਮਤਲਬ ਇਹ ਸੋਚਿਆ ਵੀ ਜੇ ਤਾਂ ਕੰਮ 1 ਨੰਬਰ ਨਾਲ ਹੋ ਗਿਆ ਠੀਕ ਹੈ, ਨਹੀਂ ਫਿਰ 2 ਨੰਬਰ ਦਾ ਕੰਮ ਕੀ ਕੀਤਾ ਇਹਨੇ ਜਿਹੜੇ ਸਿੱਖ ਪੰਥ ਦੇ ਆਗੂ ਸੀਗੇ ਜਿਵੇਂ ਸੁੰਦਰ ਸਿੰਘ ਮਜੀਠੀਆ ਜੀ ਵਰਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਗਏ, ਉਪ ਪ੍ਰਧਾਨ ਹੋ ਗਏ, ਉਹਨਾਂ ਨੂੰ ਖਤਮ ਕਰਨ ਵਾਸਤੇ ਇਹਨੇ ਚੋਟੀ ਦੇ ਬਦਮਾਸ਼ ਹੋ ਗਏ, ਗੁੰਡੇ ਹੋ ਗਏ, ਇਹਨੇ ਗੁਰਦੁਆਰੇ ਸਾਹਿਬ ਦੇ ਵਿੱਚ ਇਕੱਠੇ ਕਰ ਲਏ। ਨਨਕਾਣਾ ਸਾਹਿਬ ਦੇ ਵਿੱਚ ਗੰਡਾਸੇ, ਬੰਦੂਕਾਂ, ਪਿਸਤੌਲਾਂ, ਹਥਿਆਰ, ਗੋਲੀ ਸਿੱਕਾ, ਮਿੱਟੀ ਦਾ ਤੇਲ, ਕਹਿਣ ਦਾ ਮਤਲਬ ਜੋ ਮਰਜ਼ੀ ਹਥਿਆਰ ਸੀ ਸਾਰਾ ਹਥਿਆਰ ਕੀ ਕਰ ਲਏ, ਇਕੱਠੇ ਕਰ ਲਏ ਗੁਰਦੁਆਰਾ ਸਾਹਿਬ ਦੇ ਵਿੱਚ। ਤਾਂ ਕਹਿਣ ਦਾ ਮਤਲਬ ਬਹੁਤ ਵਿਗੜਿਆ ਹੋਇਆ ਬੰਦਾ ਸੀਗਾ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਰਾਜੇ, ਤਾਂ ਹੁਣ ਸਿੱਖਾਂ ਦੇ ਵੀ ਆਪਣੀ ਇੰਟੈਲੀਜੈਂਸ ਸੀਗੀ ਉਸ ਟਾਈਮ ਤੇ। ਇੱਕ ਬੰਦਾ ਸੀਗਾ ਭਾਈ ਵਰਿਆਮ ਸਿੰਘ, ਜੋ ਕਿ ਮਹੰਤਾਂ ਦੇ ਕੋਲੇ ਛੱਡਿਆ ਸੀਗਾ, ਹੈ ਤਾਂ ਉਹ ਸਿੱਖਾਂ ਦਾ ਬੰਦਾ ਸੀਗਾ ਲੇਕਿਨ ਉਹ ਇੱਕ ਤਰ੍ਹਾਂ ਦਾ ਜਸੂਸ ਦਾ ਕੰਮ ਕਰਦਾ ਸੀਗਾ। ਉਹਨੇ ਫਿਰ ਜਿਹੜੀ ਇੱਕ ਖਬਰ ਦਿੱਤੀ, ਇੱਕ ਭਾਈ ਕਰਤਾਰ ਸਿੰਘ ਝੱਬਰ, ਠੀਕ ਹੈ ਜੀ, ਭਾਈ ਕਰਤਾਰ ਸਿੰਘ ਝੱਬਰ ਜੀ ਹੋਏ ਨੇ, ਉਹਨਾਂ ਨੇ ਇੱਕ ਖਬਰ ਦਿੱਤੀ ਵੀ ਜਿਹੜਾ ਮਹੰਤ ਹੈਗਾ ਉਹ ਤਾਂ ਪੂਰਾ ਗੁੰਡਿਆਂ ਦਾ ਇੰਤਜ਼ਾਮ ਕਰੀ ਬੈਠਾ ਹੈ, ਉਹ ਮਿੱਟੀ ਦਾ ਤੇਲ ਦਾ ਇੰਤਜ਼ਾਮ ਕਰੀ ਬੈਠਾ ਹੈ, ਗੋਲੀ ਬਾਰੀ ਸਿੱਕੇ ਦਾ ਇੰਤਜ਼ਾਮ ਕਰੀ ਬੈਠਾ, ਉਹ ਤਾਂ ਇਸ ਤਰ੍ਹਾਂ ਇੰਨੀ ਮਾੜੀ ਹੱਦ ਤੱਕ ਪਹੁੰਚ ਗਿਆ। ਤਾਂ ਕਰਤਾਰ ਸਿੰਘ ਝੱਬਰ ਨੂੰ ਜਦੋਂ ਇੱਕ ਗੱਲ ਦੀ ਖਬਰ ਮਿਲੀ ਤਾਂ ਉਹਨੇ ਇਲਾਕੇ ਜਿਹੜੇ ਬੰਦੇ ਸੀਗੇ ਮੇਨ, ਜਿਵੇਂ ਲਛਮਣ ਸਿੰਘ ਧਾਰੋਵਾਲੀ ਜੀ, ਭਾਈ ਬੂਟਾ ਸਿੰਘ ਲਾਇਲਪੁਰੀ ਹੋ ਗਿਆ, ਇਹਨਾਂ ਨਾਲ ਸਲਾਹ ਕੀਤੀ ਵੀ ਆਪਾਂ ਨਾ ਕਾਨਫਰੰਸ ਤਾਂ ਹਜੇ ਬਹੁਤ ਦੂਰ ਹੈ ਮਹੰਤ ਦੀ, ਆਪਾਂ ਉਹ ਤੋਂ ਪਹਿਲਾਂ ਹੀ ਮਹੰਤ ਨਾਲ ਕੀ ਕਰੀਏ, ਨਜਿੱਠ ਲਈਏ, ਕਿ ਮਹੰਤ ਨਾਲ ਆਪਾਂ ਪੰਗਾ ਲੈ ਲਈਏ, ਕਿਉਂਕਿ ਉਹ ਤਾਂ ਇਹ ਮਾੜਾ ਕੰਮ ਕਰੂਗਾ ਹੀ ਕਰੂਗਾ, ਆਪਾਂ ਇੰਨੀ ਵੇਟ ਨਹੀਂ ਕਰ ਸਕਦੇ ਹੁਣ ਕਾਨਫਰੰਸ ਤੱਕ। ਤਾਂ ਉਹਨਾਂ ਨੇ ਫੈਸਲਾ ਕੀ ਲਿਆ ਰਾਜੇ, ਇਹਨਾਂ ਵਿੱਚੋਂ ਕੁਝ ਜਸ਼ੀਲੇ ਸਿੱਖ ਸੀਗੇ, ਮਤਲਬ ਕਿ ਨੌਜਵਾਨ ਸਿੱਖ ਸੀਗੇ, ਉਹਨਾਂ ਨੇ 17 ਫਰਵਰੀ 1921 ਨੂੰ ਫੈਸਲਾ ਲਿਆ ਕਿ ਯਾਰ ਮੀਟਿੰਗ ਜਦੋਂ ਵੇਖੀ ਜਾਊਗੀ, ਜਦੋਂ ਹੋਊਗੀ ਆਪਾਂ ਉਸ ਤੋਂ ਪਹਿਲਾਂ ਕੀ ਕਰਦੇ ਆ, ਮਹੰਤ ਨਾਲ ਕੀ ਕਰਦੇ ਆ, ਦੋ ਹੱਥ ਕਰਦੇ ਆ। ਤਾਂ ਕਹਿੰਦੇ ਮੀਟਿੰਗ ਦੀ ਉਡੀਕ ਕਰਨ ਦੀ ਗੱਲ ਨਹੀਂ ਆਪਾਂ ਕਰਦੇ। ਤਾਂ ਇਹ ਕਹਿੰਦੇ ਵੀ ਜਦੋਂ 19 ਫਰਵਰੀ ਨੂੰ ਜਦੋਂ ਸਿੱਖ ਸਨਾਤਨ ਕਾਨਫਰੰਸ ਲਈ ਲਾਹੌਰ ਜਾਊਗਾ ਨਾ, ਅਸੀਂ ਗੁਰਦੁਆਰੇ ਤੇ ਕਬਜ਼ਾ ਕਰ ਲਾਂਗੇ। ਤਾਂ ਕਹਿਣ ਦਾ ਮਤਲਬ ਉਧਰ ਮਹੰਤ ਦੀ ਮੀਟਿੰਗ ਰੱਖੀ ਹੋਈ ਆ 19 ਨੂੰ, ਠੀਕ ਹੈ। ਤੇ ਇਹ ਕਹਿੰਦੇ ਵੀ ਜਦੋਂ ਮਹੰਤ ਜਾਊਗਾ ਗੁਰਦੁਆਰਾ ਸਾਹਿਬ ਛੱਡ ਕੇ ਮੀਟਿੰਗ ਕਰਨ ਲਾਹੌਰ ਜਾਊਗਾ, ਤਾਂ ਆਪਾਂ ਪਿੱਛੋਂ ਕੀ ਕਰ ਲਾਂਗੇ, ਕਬਜ਼ਾ ਕਰ ਲਾਂਗੇ ਗੁਰਦੁਆਰਾ ਸਾਹਿਬ ਤੇ। ਜਦੋਂ ਆਊਗਾ ਫਿਰ ਵੇਖੀ ਜਾਊਗੀ, ਜਿਹੜਾ ਕੁਝ ਹੋਊਗਾ, ਸ਼ਹੀਦੀਆਂ ਦੇਣੀਆਂ ਪਈਆਂ, ਸ਼ਹੀਦੀਆਂ ਦੇ ਦਾਂਗੇ ਆਪਾਂ। ਤਾਂ ਹੁੰਦਾ ਕੀ ਹੈ ਰਾਜੇ, ਤਾਂ 19 ਫਰਵਰੀ ਨੂੰ ਕਹਿੰਦਾ ਜੀ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਵੀ ਜਦੋਂ ਮਹੰਤ ਜਾਊਗਾ ਅਸੀਂ ਪਿੱਛੋਂ ਕੀ ਕਰਾਂਗੇ, ਗੁਰਦੁਆਰਾ ਸਾਹਿਬ ਦੇ ਅੰਦਰ ਕਬਜ਼ਾ ਕਰ ਲਾਂਗੇ। ਤਾਂ ਇਹਦੇ ਤਹਿਤ ਇਹਨਾਂ ਨੇ ਸਿੱਖਾਂ ਨੇ ਕੀ ਫੈਸਲਾ ਕੀਤਾ, ਇਹ 'ਚ ਇੱਕ ਬੰਦਾ ਸੀਗਾ ਲਛਮਣ ਸਿੰਘ। ਤਾਂ ਲਛਮਣ ਸਿੰਘ ਕੋਲੇ ਜਿਹੜਾ ਜੱਥਾ ਸੀਗਾ ਰਾਜੇ 150 ਕੁ ਬੰਦੇ ਦਾ ਜੱਥਾ ਸੀਗਾ, ਤੇ ਕਰਤਾਰ ਸਿੰਘ ਝੱਬਰ ਜੀ ਕੋਲੇ ਸੀਗਾ 2200 ਸਿੰਘਾਂ ਦਾ ਜੱਥਾ। ਮਤਲਬ 2 ਜੱਥੇ ਤਿਆਰ ਹੋ ਗਏ, ਕਾਹਦੇ ਵਾਸਤੇ, ਜਦੋਂ ਮਹੰਤ ਜਾਊਗਾ ਕਾਨਫਰੰਸ ਦੇ ਵਿੱਚ ਤਾਂ ਆਪਾਂ ਪਿੱਛੋਂ ਕੀ ਕਰ ਲਾਂਗੇ, ਕਬਜ਼ਾ ਕਰ ਲਾਂਗੇ। ਬਟ ਜਿਹੜੀ ਉਹ ਦੂਜੇ ਪਾਸੇ ਜਿਹੜੀ ਕਾਨਫਰੰਸ ਹੋ ਰਹੀ ਹੁੰਦੀ ਹੈ ਰਾਜੇ, ਉਹ ਹੁੰਦੀ ਕਿੱਥੇ ਹੈ, ਲਾਹੌਰ ਵਿਖੇ ਹੁੰਦੀ ਹੈ, ਅਕਾਲੀ ਅਖਬਾਰ ਦੇ ਦਫ਼ਤਰ ਵਿੱਚ ਵਿਖੇ ਹੋ ਰਹੀ ਹੁੰਦੀ ਹੈ। ਤਾਂ ਉਹਦੇ ਵਿੱਚ ਜਿਹੜਾ ਮੇਨ ਬੰਦਾ ਹੁੰਦਾ ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ, ਹਰਚਰਨ ਸਿੰਘ, ਗਿਆਨੀ ਸ਼ਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ, ਮਤਲਬ ਕਹਿਣ ਦਾ ਮਤਲਬ ਸਿੱਖਾਂ ਦੇ ਜਿਹੜੇ ਮੇਨ ਜਥੇਦਾਰ ਹੁੰਦੇ ਆ ਉਹ ਵੀ ਉੱਥੇ ਪਾਰਟੀ ਦੇ ਵਿੱਚ ਹੁੰਦੇ ਆ। ਤਾਂ ਉਹਨਾਂ ਨੂੰ ਖਬਰ ਮਿਲਦੀ ਹੈ ਵੀ ਪਿੱਛੋਂ ਜਿਹੜੇ 2 ਬੰਦੇ ਹੈਗੇ ਆ, ਲਛਮਣ ਸਿੰਘ ਧਾਰੋਵਾਲ ਤੇ ਕਰਤਾਰ ਸਿੰਘ ਝੱਬਰ, ਉਹ ਕਬਜ਼ਾ ਕਰਨ ਜਾ ਰਹੇ ਆ। ਤਾਂ ਉਹ ਕਹਿੰਦੇ ਵੀ ਇਹ ਚੀਜ਼ ਸਹੀ ਨਹੀਂ ਹੈਗੀ, ਪਹਿਲਾਂ ਆਪਾਂ ਮਹੰਤ ਨਾਲ ਵੈਸੇ ਗੱਲ ਕਰਕੇ ਦੇਖਦੇ ਹਾਂ, ਕੀ ਪਤਾ ਇਹ ਵੈਸੇ ਹੀ ਕਬਜ਼ਾ ਛੱਡ ਦੇਵੇ। ਬਟ ਉਹ ਮਤਲਬ ਕਿ ਖਬਰ ਪਹੁੰਚਾਉਂਦੇ ਆ, ਕੀ ਖਬਰ ਪਹੁੰਚਾਉਂਦੇ ਆ, ਉਹਨਾਂ ਨੂੰ ਜਦੋਂ ਸਿੱਖ ਪੰਥ ਦੇ ਆਗੂਆਂ ਨੂੰ ਇਹ ਖਬਰ ਮਿਲਦੀ ਹੈ ਵੀ ਜਿਹੜਾ ਕਰਤਾਰ ਸਿੰਘ ਝੱਬਰ ਹੈ ਜਾਂ ਹੋਰ ਲਛਮਣ ਸਿੰਘ ਜੀ ਹੈ, ਉਹ ਆਪਣਾ ਫੈਸਲਾ ਉਹਨਾਂ ਨੇ ਕਰ ਲਿਆ, ਤੇ ਉਹ ਕੀ ਹੈ ਜੀ, ਉਹ ਜੱਥਾ ਲੈ ਕੇ ਜਾ ਰਹੇ ਆ। ਤਾਂ ਉਹਨਾਂ ਨੂੰ ਖਬਰ ਭੇਜੀ ਜਾਂਦੀ ਹੈ, ਸੁਨੇਹਾ ਭੇਜਿਆ ਜਾਂਦਾ ਵੀ ਤੁਸੀਂ ਆਪਣੇ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲਾਂ ਕੋਈ ਕਾਰਵਾਈ ਨਾ ਕਰੋ, ਪਹਿਲਾਂ ਸਾਨੂੰ ਆਪਣੀ ਮੀਟਿੰਗ ਕਰ ਲੈਣ ਦਿਓ ਮਹੰਤ ਨਾਲ, ਜੇ ਕੋਈ ਗੱਲ ਫੈਸਲਾ ਕੋਈ ਮਤਲਬ ਕਿ ਫੈਸਲਾ ਹੋ ਸਕਿਆ ਤਾਂ ਠੀਕ ਹੈ, ਨਹੀਂ ਫਿਰ ਆਪਾਂ ਇਹ ਕੰਮ ਕਰ ਲਾਂਗੇ। ਬਟ ਹੁੰਦਾ ਕੀ ਹੈ ਫਿਰ, ਇਹਨਾਂ ਵਿੱਚੋਂ ਜਿਹੜਾ ਇੱਕ ਭਾਈ ਲਛਮਣ ਸਿੰਘ ਜੀ ਹੁੰਦੇ ਆ, ਠੀਕ ਹੈ ਜੀ, ਕਰਤਾਰ ਸਿੰਘ ਝੱਬਰ ਜੀ ਤਾਂ ਸ਼ਰਤ ਮੰਨ ਜਾਂਦੇ ਆ ਵੀ ਕੋਈ ਗੱਲ ਨਹੀਂ ਯਾਰ ਆਪਾਂ ਰੁਕ ਜਾਂਦੇ ਆ, ਵੇਟ ਕਰ ਲੈਂਦੇ ਆ। ਪਰ ਜਿਹੜੇ ਲਛਮਣ ਸਿੰਘ ਜੀ ਹੁੰਦੇ ਆ ਉਹ ਕਹਿੰਦੇ ਵੀ ਮੈਂ ਤਾਂ ਹੁਣ ਅਰਦਾਸ ਕਰ ਲਈ ਭਾਈ, ਅਰਦਾਸ ਕਰਕੇ ਸਿੰਘ ਕਦੇ ਵੀ ਪਿੱਛੇ ਨਹੀਂ ਮੁੜਦੇ, ਕਿ ਕਹਿੰਦਾ ਮੈਂ ਤਾਂ ਆਪਦਾ ਜੱਥਾ ਲੈ ਕੇ ਜਾਊਂਗਾ। ਤਾਂ ਦੇਖੋ 2 ਜੱਥੇ ਸੀ ਨਾ, ਤੁਹਾਨੂੰ ਮੈਂ ਸ਼ੁਰੂ ਤੋਂ ਕਰਾਇਆ ਸੀਗਾ, ਇੱਕ ਤਾਂ ਲਛਮਣ ਸਿੰਘ ਦਾ ਜੱਥਾ ਸੀਗਾ, ਇੱਕ ਕਰਤਾਰ ਸਿੰਘ ਝੱਬਰ ਦਾ ਜੱਥਾ ਸੀਗਾ। ਤਾਂ ਦੋਵਾਂ ਜੱਥਿਆਂ ਨੂੰ ਰੋਕਣ ਵਾਸਤੇ ਸਿੱਖ ਆਗੂਆਂ ਨੇ ਇੱਕ ਸੁਨੇਹਾ ਭੇਜਿਆ। ਉਹਨਾਂ ਵਿੱਚੋਂ ਕਰਤਾਰ ਸਿੰਘ ਝੱਬਰ ਤਾਂ ਮੰਨ ਗਿਆ ਵੀ ਹਾਂ ਕੋਈ ਗੱਲ ਨਹੀਂ ਯਾਰ ਮੈਂ ਰੁਕ ਜਾਣਾ, ਵੀ ਵੇਟ ਕਰ ਲੈਣਾ, ਆਪਾਂ ਕਾਨਫਰੰਸ ਤੋਂ ਬਾਅਦ ਗੱਲ ਕਰਾਂਗੇ। ਪਰ ਲਛਮਣ ਸਿੰਘ ਜਿਹੜਾ ਹੈਗਾ ਰਾਜੇ, ਉਹ ਰੁਕਦਾ ਨਹੀਂਗਾ, ਉਹ ਕਹਿੰਦਾ ਮੈਂ ਤਾਂ ਜਾਊਂਗਾ ਹੀ ਜਾਊਂਗਾ। ਠੀਕ ਹੈ ਜੀ। ਕਹਿੰਦਾ ਜੀ ਵਰਿਆਮ ਸਿੰਘ ਤੇ ਦਲੀਪ ਸਿੰਘ ਤੇ ਹੋਰ ਸਾਥੀਆਂ ਨੇ ਕਹਿੰਦਾ ਬਥੇਰੀ ਕੋਸ਼ਿਸ਼ ਕੀਤੀ ਭਾਈ ਲਛਮਣ ਸਿੰਘ ਨੂੰ ਸਮਝਾਉਣ ਦੀ। ਤਾਂ ਜਦੋਂ ਜੱਥਾ ਮਿਲਦਾ ਰਾਜੇ ਮਤਲਬ ਕਿ, ਤਾਂ ਉਹ ਲਛਮਣ ਸਿੰਘ ਨੂੰ ਕਹਿੰਦੇ ਆ ਜੀ ਤੂੰ ਮੁੜ ਜਾ, ਪਰ ਉਹ ਮੁੜਨ ਤੋਂ ਨਾ ਕਰ ਦਿੰਦਾ ਹੈ। ਨਾ ਕਿਉਂ ਕਰਦਾ ਰਾਜੇ, ਉਹ ਕਹਿੰਦਾ ਜੀ ਅਸੀਂ ਨਨਕਾਣਾ ਸਾਹਿਬ ਨੂੰ ਮਹੰਤਾਂ ਕੋਲੋਂ ਯਾਦ ਕਰਾਉਣਾ ਹੀ ਕਰਾਉਣਾ ਹੈ, ਅਸੀਂ ਅਰਦਾਸ ਕਰਕੇ ਤੁਰੇ ਹਾਂ, ਹੁਣ ਅਸੀਂ ਵਾਪਸ ਨਹੀਂ ਮੁੜਦੇ, ਚਾਹੇ ਜੋ ਮਰਜ਼ੀ ਹੋ ਜਾਏ, ਚਾਹੇ ਸਾਡੀਆਂ ਸ਼ਹੀਦੀਆਂ ਹੋ ਜਾਣ। ਤਾਂ ਹੁੰਦਾ ਕੀ ਹੈ ਜੀ, ਕਹਿੰਦਾ ਜੀ ਅਰਦਾਸ ਕਰਕੇ ਸਿੰਘ ਕਦੇ ਪਿੱਛੇ ਨਹੀਂ ਹਟਦੇ, ਜੇ ਅਰਦਾਸ ਕਰਕੇ ਆਪਾਂ ਪਿੱਛੇ ਹਟ ਜਾਈਏ ਰਾਜੇ, ਦੇਖੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਅਰਦਾਸ ਹੋ ਜਾਂਦੀ ਹੈ, ਪੁਰਾਣੇ ਟਾਈਮ ਤੇ ਅਰਦਾਸ ਦੀ ਬਹੁਤ ਜ਼ਿਆਦਾ ਮਹੱਤਤਾ ਸੀਗੀ। ਅੱਜ ਕੱਲ੍ਹ ਤਾਂ ਚਲੋ ਇੰਨੇ ਕਹਿਣੀ ਕਰਨੀ ਦੇ ਪੂਰੇ ਸਿੱਖ ਰਹੇ ਨਹੀਂ ਹੈਗੇ। ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਵੀ ਅਰਦਾਸ ਕੀਤੀ ਸੀ, ਤਾਂ
ਉਹ ਲੜਨ ਚਲੇ ਗਏ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀਗਾ ਕਿ ਤੁਸੀਂ ਵੇਟ ਕਰ ਲਓ, ਹਜੇ ਫੌਜ ਆ ਰਹੀ ਹੋਊਗੀ। ਤਾਂ ਉਹਨਾਂ ਨੇ ਮਹਾਰਾਜ ਜੀ ਦੀ ਵੀ ਗੱਲ ਨਹੀਂ ਮੰਨੀ, ਉਹਨਾਂ ਨੇ ਕਿਹਾ ਅਸੀਂ ਤਾਂ ਅਰਦਾਸ ਕਰਤੀ, ਅਸੀਂ ਤਾਂ ਹੁਣ ਜਾਵਾਂਗੇ ਭਾਵੇਂ ਸ਼ਹੀਦੀ ਹੋ ਜਾਵੇ। ਤਾਂ ਕਹਿਣ ਦਾ ਮਤਲਬ ਸੇਮ ਲਛਮਣ ਸਿੰਘ ਨੇ ਵੀ ਇਹੀ ਗੱਲ ਕਹੀ ਵੀ ਅਰਦਾਸ ਕਰਕੇ ਪਿੱਛੇ ਹਟਣਾ ਗਿੱਦੜਾਂ ਦਾ ਕੰਮ ਹੁੰਦਾ, ਸ਼ੇਰਾਂ ਦਾ ਕੰਮ ਨਹੀਂ ਹੁੰਦਾ। ਇਹ ਕਹਿ ਕੇ ਉਹ ਜੱਥਾ ਕੀ ਹੋ ਗਿਆ, ਅੱਗੇ ਚੱਲ ਪਿਆ। ਤਾਂ ਕਹਿਣ ਦਾ ਮਤਲਬ ਇੱਕ ਜੱਥਾ ਕੀ ਜਾ ਰਿਹਾ ਹੈ। ਤਾਂ 20 ਫਰਵਰੀ ਨੂੰ ਸਵੇਰੇ 6 ਵਜੇ ਲਛਮਣ ਸਿੰਘ ਦਾ ਜੱਥਾ ਕੀ ਕਰ ਗਿਆ ਜੀ, ਨਨਕਾਣਾ ਸਾਹਿਬ ਵਿਖੇ ਦਾਖਲ ਹੋ ਗਿਆ। ਤਾਂ ਇਸ ਗੱਲ ਦੀ ਖਬਰ ਕਿਹਨੂੰ ਮਿਲਦੀ ਹੈ, ਫਿਰ ਮਹੰਤ ਨੂੰ ਮਿਲਦੀ ਹੈ। ਤਾਂ ਭਾਈ ਲਛਮਣ ਸਿੰਘ ਨੇ ਜਾ ਕੇ ਕੀਤਾ ਕੀ ਆ, ਗੁਰੂ ਸਾਹਿਬ ਜੀ ਦੇ ਤਾਬਿਆਂ ਤੇ ਬੈਠ ਗਏ ਨੇ ਤੇ ਇਹਨਾਂ ਨੇ ਆਸਾਂ ਦੀ ਵਾਰ ਦਾ ਕੀਰਤਨ ਕੀ ਕਰਤਾ, ਸ਼ੁਰੂ ਕਰਤਾ। ਤਾਂ ਇਹਦੀ ਖਬਰ ਜਦੋਂ ਮਹੰਤ ਨੂੰ ਮਿਲਦੀ ਹੈ ਰਾਜੇ, ਤਾਂ ਉਹ ਆਪਣੇ ਗੁੰਡਿਆਂ ਦੇ ਸਮੇਤ ਕਹਿੰਦਾ ਸ਼ਰਾਬ ਪੀ ਕੇ ਨਨਕਾਣਾ ਸਾਹਿਬ ਵਾਪਸ ਆ ਜਾਂਦਾ ਉਹਨੂੰ, ਕਿਉਂਕਿ ਉਹ ਸਮਝਦਾ ਕਿ ਮੇਰੀ ਨਿੱਜੀ ਜਾਇਦਾਦ ਹੈ ਗੁਰਦੁਆਰਾ ਸਾਹਿਬ, ਵੀ ਕਿਵੇਂ ਲਛਮਣ ਸਿੰਘ ਉੱਥੇ ਆ ਕੇ ਬੈਠ ਗਿਆ। ਤਾਂ ਕਹਿਣ ਦਾ ਮਤਲਬ ਬਹੁਤ ਗੁੱਸੇ ਦੇ ਵਿੱਚ ਆਉਂਦਾ ਹੈ। ਤਾਂ ਇਹਨਾਂ ਨੇ ਕੀ ਕੀਤਾ ਜੀ, ਇਹਨੇ ਦੇਖੋ ਤਿਆਰੀ ਤਾਂ ਪਹਿਲਾਂ ਕੀਤੀ ਹੁੰਦੀ, ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਸਿੱਕਾ ਤਾਂ ਜਮ੍ਹਾਂ ਕੀਤਾ ਹੀ ਹੁੰਦਾ ਹੈ। ਤਾਂ ਇਹਨੇ ਨਾ ਉਹਨਾਂ ਨੂੰ ਕੋਈ ਵਾਰਨਿੰਗ ਦਿੱਤੀ, ਇਹਨੇ ਸਿੱਧਾ ਕੀ ਕੀਤਾ ਜੀ, ਮੇਨ ਗੇਟ ਬੰਦ ਕਰਤਾ ਗੁਰਦੁਆਰਾ ਸਾਹਿਬ ਦਾ ਤੇ ਆਪਣੇ ਗੁੰਡਿਆਂ ਤੋਂ ਕੀ ਕੀਤਾ ਜੀ, ਜਿਹੜੇ ਬੰਦੇ ਕੀਰਤਨ ਕਰ ਰਹੇ ਸੀਗੇ ਸ਼ਾਂਤਮਈ ਢੰਗ ਦੇ ਨਾਲ, ਉਹਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਤਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਜਦੋਂ ਗੋਲੀਆਂ ਚੱਲਣਗੀਆਂ, ਕਿਉਂਕਿ ਸਿੱਖ ਤਾਂ ਇੱਕ ਸ਼ਾਂਤੀਮਈ ਢੰਗ ਨਾਲ ਕੀ ਕਰ ਰਹੇ ਸੀਗੇ ਰਾਜੇ, ਮਾਰਚ ਕਰ ਰਹੇ ਸੀਗੇ, ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸੀਗੇ। ਤਾਂ ਸਾਰਿਆਂ ਨੂੰ ਕੀ ਹੋ ਗਿਆ, ਸ਼ਹੀਦੀਆਂ ਪਾਈਆਂ ਉੱਥੇ ਕਾਫੀ ਸਿੱਖਾਂ ਨੇ। ਤਾਂ ਦੂਜਾ ਕੰਮ ਕੀ ਕੀਤਾ, ਜਦੋਂ ਗੋਲੀਆਂ ਖਤਮ ਹੋ ਗਈਆਂ, ਇਹਨਾਂ ਨੇ ਕੀ ਕੀਤਾ ਜੀ, ਟਕੂਏ ਕਿਰਪਾਨਾਂ ਨਾਲ ਕੀ ਹੈ, ਸਿੱਖਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਮਿੱਟੀ ਦਾ ਤੇਲ ਪਾ ਕੇ ਇਹਨਾਂ ਨੇ ਕੀ ਕੀਤਾ, ਗੰਡਾਸਿਆਂ ਨਾਲ ਵੱਢ ਟੁੱਕ ਕਰਨ ਤੋਂ ਬਾਅਦ ਮਿੱਟੀ ਦਾ ਤੇਲ ਪਾ ਕੇ ਕੀ ਕੀਤਾ, ਉਹਨਾਂ ਨੂੰ ਸਾੜਤਾ, ਕਾਫੀ ਸਿੱਖਾਂ ਨੂੰ ਸਾੜਤਾ, ਜ਼ਖਮੀਆਂ ਜਿਹੜੇ ਸੀਗੇ ਉਸ ਟਾਈਮ ਤੇ। ਤਾਂ ਕਈਆਂ ਨੂੰ ਕੀ ਕੀਤਾ, ਇਹਨਾਂ ਨੇ ਜਿਉਂਦਿਆਂ ਨੂੰ ਅੱਗ ਵਿੱਚ ਸਿੱਟਤਾ। ਕਹਿੰਦਾ ਮਤਲਬ ਬਹੁਤ ਜ਼ੁਲਮ ਕੀਤਾ ਕਿਹਨੇ, ਨਰੈਣ ਦਾਸ ਨੇ। ਠੀਕ ਹੈ। ਤਾਂ ਅਗਰ ਆਪਾਂ ਗੱਲ ਕਰੀਏ, ਦੇਖੋ ਆਹ ਫੋਟੋ ਇੰਨੀ ਕਲੀਅਰ ਨਹੀਂ ਹੈਗੀ, ਇਹ ਸਾਕਾ ਨਨਕਾਣਾ ਸਾਹਿਬ ਦੀ ਫੋਟੋ ਹੈ ਰਾਜੇ। ਇਹਦੇ ਵਿੱਚ ਕੀ ਕੀਤਾ, ਦੇਖੋ ਜੰਡ ਦੇ ਨਾਲ ਬੰਨ ਕੇ ਲਛਮਣ ਸਿੰਘ ਨੂੰ ਅੱਗੇ ਸਾੜਿਆ ਜਾਊਗਾ। ਠੀਕ ਹੈ ਜੀ। ਇੱਥੇ ਇੱਕ ਛੋਟਾ ਜਿਹਾ ਬੱਚਾ ਸੀਗਾ, ਉਹਦਾ ਵੀ ਜ਼ਿਕਰ ਹੁੰਦਾ ਇਤਿਹਾਸ ਦੇ ਵਿੱਚ, ਉਹਨੇ ਵੀ ਸ਼ਹੀਦੀ ਪਾਈ ਹੈ। ਤਾਂ ਕਹਿਣ ਦਾ ਮਤਲਬ ਸਾਰੀਆਂ ਸ਼ਹੀਦੀਆਂ ਹੋਈਆਂ ਇੱਥੇ, ਕਾਫੀ ਇਹਨੇ ਮਾੜਾ ਕੰਮ ਕੀਤਾ ਲਛਮਣ ਨੇ, ਨਰੈਣ ਦਾਸ ਜਿਹੜਾ ਸੀਗਾ। ਠੀਕ ਹੈ। ਤਾਂ ਲਛਮਣ ਸਿੰਘ ਨੂੰ ਕਹਿੰਦੇ ਜੀ ਜੰਡ, ਲਛਮਣ ਸਿੰਘ ਕੌਣ ਸੀਗਾ, ਜਿਹੜਾ ਜੱਥਾ ਲੈ ਕੇ ਪਹੁੰਚਿਆ ਸੀਗਾ, ਆਗੂ। ਠੀਕ ਆ। ਉਹ ਮਹਾਰਾਜ ਤਾਬਿਆਂ ਤੇ ਬੈਠਾ ਹੁੰਦਾ, ਉਹਨੂੰ ਫੜ ਕੇ ਕੀ ਕਰਦੇ, ਜੰਡ ਦੇ ਨਾਲ ਪੁੱਠਾ ਲਟਕਾ ਦਿੰਦੇ। ਜੰਡ ਕੀ ਹੁੰਦਾ ਰਾਜੇ, ਇੱਕ ਦਰਖਤ ਹੁੰਦਾ ਹੈ, ਉਹਦੇ ਨਾਲ ਪੁੱਠਾ ਲਟਕਾ ਕੇ ਕੀ ਕਰਦੇ, ਉਹਨੂੰ ਅੱਗ ਲਾ ਕੇ ਸ਼ਹੀਦ ਕਰ ਦਿੰਦੇ ਆ। ਤਾਂ ਸ਼ਹੀਦੀ ਹੋ ਜਾਂਦੀ ਹੈ ਲਛਮਣ ਸਿੰਘ ਜੀ ਦੀ। ਤਾਂ ਕਹਿੰਦੇ ਜੀ ਜਿਹੜਾ ਇਹ ਦ੍ਰਿਸ਼ ਸੀਗਾ, ਦੇਖੋ ਆਪਾਂ ਤਾਂ ਇਹ ਪੜ੍ਹ ਹੀ ਰਹੇ ਹਾਂ, ਆਪਣਾ ਸੋਚ ਕੇ ਦਿਲ ਕੰਬ ਰਿਹਾ। ਤਾਂ ਜਿਨ੍ਹਾਂ ਨੇ ਚੀਜ਼ ਇਹ ਦੇਖੀ ਹੋਊਗੀ, ਕਹਿੰਦੇ ਜੀ ਇਹ ਇੰਨਾ ਦਿਲ ਕੰਬਾਊ ਦ੍ਰਿਸ਼ ਸੀਗਾ, ਜੇ ਕੋਈ ਸ਼ਾਇਦ ਮੰਨ ਲਓ ਉਸ ਟਾਈਮ ਤੇ ਕਹਿੰਦੇ ਔਰੰਗਜ਼ੇਬ ਨੂੰ ਆਪਾਂ ਬਹੁਤ ਮਾੜਾ ਮੰਨਦੇ ਆ, ਨਾ ਅਬਦਾਲੀ ਨੂੰ ਮਾੜਾ ਮੰਨਦੇ ਆ, ਮੀਰ ਮਨੂੰ ਨੂੰ ਮਾੜਾ ਮੰਨਦੇ ਆ, ਜੇ ਉਹ ਵੀ ਇਹ ਚੀਜ਼ ਦੇਖ ਲੈਂਦੇ ਤਾਂ ਉਹਨਾਂ ਦੀ ਰੂਹ ਵੀ ਕੰਬ ਉੱਠਦੀ। ਕਹਿਣ ਦਾ ਮਤਲਬ ਇੰਨਾ ਦਿਲ ਕੰਬਾਊ ਦ੍ਰਿਸ਼ ਸੀਗਾ, ਉੱਥੇ ਇੰਨਾ ਜ਼ਿਆਦਾ ਕਤਲੇਆਮ ਕੀਤਾ ਮਹੰਤ ਨੇ। ਠੀਕ ਹੈ। ਤਾਂ ਕਹਿੰਦੇ ਜੀ ਜਦੋਂ ਇਹਦੀ ਖਬਰ ਭਾਈ ਦਲੀਪ ਸਿੰਘ ਨੂੰ ਮਿਲਦੀ ਹੈ, ਤਾਂ ਇਹ ਗੋਲੀਆਂ ਦੀ ਆਵਾਜ਼ ਸੁਣਦੇ ਆ, ਨੇੜੇ ਹੁੰਦੇ ਆ, ਤੇ ਇਹ ਗੁਰਦੁਆਰਾ ਸਾਹਿਬ ਵੱਲ ਦੌੜ ਪੈਂਦੇ ਆ ਵੀ ਮਹੰਤ ਨੇ ਲੱਗਦਾ ਕਾਰਾ ਕਰਤਾ, ਵੀ ਮਹੰਤ ਟਲਿਆ ਨਹੀਂ। ਤਾਂ ਇਹ ਦਲੀਪ ਸਿੰਘ ਨੂੰ ਵੀ ਫੜ ਲੈਂਦੇ ਆ, ਉਹਨੂੰ ਵੀ ਕੀ ਕਰਦੇ, ਆਪਣੇ ਗੁੰਡਿਆਂ ਪਾਸੋਂ ਕਟਵਾਉਂਦੇ ਆ ਤੇ ਗੁੰਡਿਆਂ ਤੋਂ ਮਤਲਬ ਕਿ ਉਹਨੂੰ ਕਾਲੀ ਕਾਲੀ ਕਹਿ ਕੇ ਬਲ ਦੀ ਪੱਟੀ ਦੇ ਸਿੱਟ ਦਿੰਦੇ ਆ, ਕਿਉਂਕਿ ਕਾਲੀਆਂ ਨਾਲ ਨਫ਼ਰਤ ਕਰਦਾ ਹੁੰਦਾ। ਇਹਨੂੰ ਐ ਹੁੰਦਾ ਵੀ ਇਹ ਸਾਰੇ ਕਾਲੀ ਨੇ, ਜਿਹੜੇ ਸ਼੍ਰੋਮਣੀ ਕਮੇਟੀ ਨਾਲ ਕੀ ਹੈ ਸੰਬੰਧਿਤ ਨੇ। ਤਾਂ ਉਹਨਾਂ ਦੀ ਸ਼ਹੀਦੀ ਵੀ ਹੋ ਜਾਂਦੀ ਹੈ, ਭਾਈ ਦਲੀਪ ਸਿੰਘ ਜੀ ਦੀ ਵੀ ਸ਼ਹੀਦੀ ਹੋ ਜਾਂਦੀ ਹੈ। ਤਾਂ ਜਿਹੜੀ ਇਹ ਜਦੋਂ ਸਾਰਾ ਕਾਰਾ ਹੋ ਜਾਂਦਾ ਰਾਜੇ, ਮਹੰਤ ਕੀ ਕਰਦਾ, ਲੱਕੜਾਂ ਦਾ ਢੇਰ ਲਗਾ ਕੇ ਮਿੱਟੀ ਦਾ ਤੇਲ ਪਾ ਕੇ ਸਾਰਿਆਂ ਨੂੰ, ਕੀ ਜਿਹੜੇ ਸਿੰਘ ਸ਼ਹੀਦ ਹੋ ਗਏ ਜਾਂ ਜ਼ਖਮੀ ਵੀ ਸੀਗੇ, ਜਿਉਂਦਿਆਂ ਨੂੰ ਕੀ ਕੀਤਾ, ਉਹਨੇ ਅੱਗ ਲਗਾਤੀ ਤੇ ਸ਼ਾਮ ਦੇ 4 ਵਜੇ ਤੱਕ ਇਹ ਅੱਗ ਲੱਗੀ ਰਹੀ। ਤਾਂ ਇਹ ਸਿਲਸਿਲਾ ਚੱਲਦਾ ਰਿਹਾ। ਕਹਿਣ ਦਾ ਮਤਲਬ ਕੋਈ ਵੀ ਅੱਗੇ ਨਹੀਂ ਆਇਆ ਇਸ ਨੂੰ ਰੋਕਣ ਵਾਸਤੇ। ਤਾਂ ਜਦੋਂ ਇਹ ਖੂਨੀ ਸਾਕਾ ਹੋਇਆ ਰਾਜੇ, ਓਬਵੀਅਸ ਇੰਨਾ ਵੱਡਾ ਕਾਂਡ ਹੋਊਗਾ ਤਾਂ ਸਾਰੇ ਸੰਸਾਰ ਦੇ ਵਿੱਚ ਕਹਿੰਦਾ ਜੰਗਲ ਦੇ ਅੱਗ ਵਾਂਗੂ ਕੀ ਹੈ, ਸਾਰੀ ਖਬਰ ਫੈਲ ਗਈ ਹੈ। ਤੇ ਕੁਝ ਘੰਟਿਆਂ ਵਿੱਚ ਸਾਰੇ ਜਿਹੜੇ ਸਿੱਖ ਸੀਗੇ ਨਨਕਾਣਾ ਸਾਹਿਬ ਵੱਲ ਕੀ ਆ, ਚੱਲ ਪਏ ਵੀ ਹੀਰਾਂ ਘੱਤ ਕੇ। ਕਹਿੰਦਾ ਮਤਲਬ ਜਦੋਂ ਪਤਾ ਚੱਲ ਗਿਆ ਵੀ ਸਾਡੇ ਇੱਥੇ ਹਮਲਾ ਹੋ ਗਿਆ, ਸਾਡੇ ਗੁਰਦੁਆਰਾ ਸਾਹਿਬ ਤੇ ਇੰਨਾ ਜ਼ਿਆਦਾ ਜ਼ੁਲਮ ਹੋ ਰਿਹਾ ਹੈ, ਤੇ ਜਿਹੜੇ ਅਣਖ ਵਾਲੇ ਸਿੱਖ ਸੀਗੇ ਜਿੱਥੇ ਵੀ ਬੈਠੇ ਸੀਗੇ ਸੰਸਾਰ ਦੇ ਵਿੱਚ, ਸਾਰੇ ਕੀ ਹੋ ਗਏ, ਨਨਕਾਣਾ ਸਾਹਿਬ ਵੱਲ ਨੂੰ ਚੱਲਣਾ ਸ਼ੁਰੂ ਹੋ ਗਏ। ਤੇ ਜਦੋਂ ਇਹ ਚੀਜ਼ ਦੇਖੀ ਸਰਕਾਰ ਨੇ, ਦੇਖੀ ਹੁਣ ਅੰਗਰੇਜ਼ਾਂ ਨੂੰ ਡਰ ਪੈ ਗਿਆ ਵੀ ਇੱਥੇ ਬਗਾਵਤ ਹੋ ਸਕਦੀ ਹੈ। ਤਾਂ ਉਸ ਟਾਈਮ ਤੇ ਪੰਜਾਬ ਦੇ ਜਿਹੜੇ ਗਵਰਨਰ ਸੀਗੇ, ਕਮਿਸ਼ਨਰ ਸੀਗੇ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਬੰਦੇ ਸੀਗੇ, ਉਹਨਾਂ ਨੂੰ ਵੀ ਖਬਰ ਪਹੁੰਚ ਗਈ ਤੇ ਸਾਰੇ ਕੀ ਹੋ ਗਏ ਜੀ, ਨਨਕਾਣਾ ਸਾਹਿਬ ਵੱਲ ਨੂੰ ਕੂਚ ਕਰ ਗਏ। ਤਾਂ ਉਸ ਸਮੇਂ ਡੀਸੀ ਸੀਗਾ ਜੀ ਮਿਸਟਰ ਕੈਰੀ, ਠੀਕ ਆ, ਪੰਜਾਬ ਦਾ, ਉਹ ਵੀ ਨਨਕਾਣਾ ਸਾਹਿਬ ਪੁੱਜਾ, ਬਟ ਉਹ ਅੰਦਰੋਂ ਖਾਤੀ ਦਾ ਮਹੰਤ ਦੇ ਨਾਲ ਮਿਲਿਆ ਹੋਇਆ ਸੀਗਾ। ਤਾਂ ਡੀਸੀ ਦੀ ਹਜ਼ੂਰੀ ਦੇ ਵਿੱਚ ਵੀ ਰਾਜੇ ਘੱਟੋ ਘੱਟ 1.5 ਘੰਟਾ ਕੀ ਕਰਦਾ ਰਿਹਾ, ਮਹੰਤ ਜ਼ੁਲਮ ਕਰਦਾ ਰਿਹਾ, ਉਹਨੂੰ ਕਿਸੇ ਨੇ ਨਹੀਂ ਰੋਕਿਆ। ਕਹਿੰਦਾ ਮਤਲਬ ਸਰਕਾਰ ਵੀ ਰਲੀ ਹੋਈ ਸੀਗੀ। ਤਾਂ ਇਸ ਤੋਂ ਬਾਅਦ ਹੁੰਦਾ ਕੀ ਹੈ ਰਾਜੇ, ਰਾਤ ਦੇ 9 ਵਜੇ ਦੇ ਕਰੀਬ ਕਹਿੰਦਾ ਲਾਹੌਰ ਤੋਂ ਇੱਕ ਸਪੈਸ਼ਲ ਟ੍ਰੇਨ ਆਉਂਦੀ ਹੈ ਰਾਜੇ, ਜਿਹਦੇ ਵਿੱਚ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆ ਜਾਂਦਾ ਹੈ, ਡੀਸੀ ਆ ਜਾਂਦਾ, ਡੀਸੀ ਤੋਂ ਗੱਲ ਨਹੀਂ ਬਣਦੀ, ਫਿਰ ਕਮਿਸ਼ਨਰ ਲਾਹੌਰ ਆ ਜਾਂਦਾ ਰਾਜੇ। ਉਹਦੇ ਨਾਲ ਕੀ ਆ 150 100 ਦੇ ਕਰੀਬ ਕੀ ਹੁੰਦੇ, ਅੰਗਰੇਜ਼ੀ ਅਫਸਰ ਹੁੰਦੇ ਆ, ਉਹ ਵੀ ਉੱਥੇ ਪਹੁੰਚ ਜਾਂਦੇ ਆ ਵੀ ਉਹਨਾਂ ਨੂੰ ਐ ਹੁੰਦਾ ਕੋਈ ਬਗਾਵਤ ਨਾ ਹੋ ਜਾਵੇ, ਕਿਉਂਕਿ ਸਾਰੇ ਸਿੱਖ ਕੀ ਹੋ ਰਹੇ ਹੁੰਦੇ ਆ, ਇਕੱਠੇ ਹੋ ਕੇ ਨਨਕਾਣਾ ਸਾਹਿਬ ਵੱਲ ਆ ਰਹੇ ਹੁੰਦੇ ਆ। ਤਾਂ ਕਹਿੰਦੇ ਜੀ ਸਰਕਾਰ ਨੇ, ਕਹਿੰਦੇ ਜੀ ਥੋੜਾ ਜਿਹਾ ਦਬਾਅ ਪਿਆ ਤਾਂ ਉਹਨੇ ਕਹਿੰਦੇ ਮਹੰਤ ਤੇ ਉਹਦੇ 26 ਸਾਥੀਆਂ ਨੂੰ ਕੀ ਕਰ ਲਿਆ ਰਾਜੇ, ਗ੍ਰਿਫਤਾਰ ਕਰ ਲਿਆ ਤੇ ਉਹਦੇ ਘਰੋਂ ਅਸਲਾ ਵਗੈਰਾ ਵੀ ਬਰਾਮਦ ਕਰਕੇ ਸਰਕਾਰ ਨੇ ਕੀ ਕਰ ਲਿਆ, ਗੁਰਦੁਆਰੇ ਤੇ ਕਬਜ਼ਾ ਕਰ ਲਿਆ। ਹੁਣ ਸਰਕਾਰ ਨੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ, ਬਟ ਹੁਣ ਜਿਹੜੀਆਂ ਸਿੱਖ ਸੰਗਤਾਂ ਸੀਗੀਆਂ ਉਹ ਕਹਿੰਦੀਆਂ ਸੀਗੀਆਂ ਵੀ ਕਬਜ਼ਾ ਅਸੀਂ ਕਰਨਾ, ਸਾਡੇ ਹੁਣ ਜਦੋਂ ਇੰਨੇ ਸਿੱਖ ਸ਼ਹੀਦ ਹੋ ਗਏ ਤਾਂ ਅਸੀਂ ਕਬਜ਼ਾ ਲਵਾਂਗੇ, ਠੀਕ ਹੈ, ਗੁਰਦੁਆਰਾ ਸਾਹਿਬ ਦਾ। ਹੁਣ ਹੁੰਦਾ ਕੀ ਅੱਗੇ, ਤਾਂ ਕਹਿੰਦੇ ਜੀ ਅਗਲੇ ਦਿਨ 21 ਫਰਵਰੀ ਨੂੰ ਸਰਦਾਰ ਮਹਿਤਾਬ ਸਿੰਘ, ਹਰਚੰਦ ਸਿੰਘ ਅਟਾਰੀ ਆਦਿ ਜਿਹੜੇ ਆਗੂ ਸੀਗੇ, ਉਹ ਨਨਕਾਣਾ ਸਾਹਿਬ ਪਹੁੰਚ ਜਾਂਦੇ ਸੰਗਤਾਂ ਦੇ ਨਾਲ।
ਤਾਂ ਉਹ ਅੰਦਰ ਮਤਲਬ ਕਿ ਅੰਦਰ ਦਾਖਲ ਹੋਣਾ ਚਾਹੁੰਦੇ ਹੈ। ਤਾਂ ਉਸ ਟਾਈਮ ਤੇ ਜਿਹੜਾ ਦੂਜਾ ਆਪਣਾ ਜਿਵੇਂ ਲਛਮਣ ਸਿੰਘ ਜੀ ਸ਼ਹੀਦ ਹੋ ਗਏ, ਉਹਦੇ ਨਾਲ ਜਿਹੜਾ ਦੂਜਾ ਸੀ ਕਰਤਾਰ ਸਿੰਘ ਝੱਬਰ ਜੀ ਦਾ ਜੱਥਾ ਸੀ, ਜਿਹੜਾ 2200 ਸਿੰਘਾਂ ਦਾ ਜਿਹੜਾ ਰੁਕ ਗਿਆ ਸੀਗਾ ਗੱਲ ਸੁਣ ਕੇ, ਉਹ ਵੀ ਪਹੁੰਚ ਗਿਆ। ਤਾਂ ਕਹਿਣ ਦਾ ਮਤਲਬ ਕਾਫੀ ਸਿੰਘ ਇਕੱਠੇ ਹੋ ਗਏ। ਤਾਂ ਪੁਲਿਸ ਨੇ ਤਾਲਾ ਲਾ ਕੇ ਅੱਗੇ ਫੌਜੀ ਨਾਕਾਬੰਦੀ ਕਰਤੀ, ਬਾਹਰ ਮਤਲਬ ਕਿ ਮਸ਼ੀਨ ਗੰਨਾਂ ਵਾਲੇ ਬੰਦੇ ਖੜਾਤੇ, ਵੀ ਕਹਤੇ ਵੀ ਜੇ ਕੋਈ ਵੀ ਅੰਦਰ ਨਹੀਂ ਜਾਊਗਾ, ਜੇ ਕੋਈ ਅੰਦਰ ਜਾਊਗਾ ਤਾਂ ਅਸੀਂ ਕੀ ਕਰਾਂਗੇ, ਗੋਲੀਆਂ ਚਲਾ ਦਾਂਗੇ। ਬਟ ਹੁਣ ਕੀ ਸੀਗਾ, ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀਗਾ। ਸਿੱਖਾਂ ਨੇ ਕਹਿਤਾ ਯਾਰ, ਕਰਤਾਰ ਸਿੰਘ ਝੱਬਰ ਜੀ ਵੀ ਬਹੁਤ ਜ਼ਿਆਦਾ ਕੀ ਸੀਗੇ, ਕਹਿਣ ਦਾ ਮਤਲਬ ਕਿ ਬਹੁਤ ਜ਼ਿਆਦਾ ਨਿਡਰ ਸੀਗੇ। ਉਹਨਾਂ ਨੇ ਕਹਿਤਾ ਅਸੀਂ ਅਰਦਾਸ ਕਰਤੀ ਹੈ, ਜਿਵੇਂ ਲਛਮਣ ਸਿੰਘ ਜੀ ਨੇ ਸ਼ਹੀਦੀ ਪਾਈ, ਅਸੀਂ ਵੀ ਸ਼ਹੀਦੀਆਂ ਪਾਵਾਂਗੇ, ਤੁਸੀਂ ਜੋ ਕਰਨਾ ਕਰ ਲਓ ਯਾਰ, ਅਸੀਂ ਤਾਂ ਅੰਦਰ ਜਾਵਾਂਗੇ ਜਾਵਾਂਗੇ। ਤਾਂ ਕਹਿਣ ਦਾ ਮਤਲਬ ਸਰਕਾਰ ਡਰ ਗਈ ਸੀਗੀ। ਫਿਰ ਸਰਕਾਰ ਨੇ ਕੀ ਕੀਤਾ ਜੀ, ਜਦੋਂ ਦੇਖਿਆ ਵੀ ਇਹਨਾਂ ਦਾ ਇਰਾਦੇ ਬੜੇ ਦ੍ਰਿੜ ਹੈਗੇ ਆ, ਤਾਂ ਸਰਕਾਰ ਨੂੰ ਇਹਨਾਂ ਦੇ ਅੱਗੇ ਕੀ ਕਰਨਾ ਪਿਆ, ਝੁਕਣਾ ਪਿਆ। ਤਾਂ ਕਹਿਣ ਦਾ ਮਤਲਬ ਇਸ ਤਰ੍ਹਾਂ ਮਹੰਤਾਂ ਤੋਂ ਕੀ ਕੀਤਾ, ਗੁਰਦੁਆਰਾ ਦਾ ਕਬਜ਼ਾ ਛੁਡਾਇਆ, ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੇ ਇਹ ਸਾਕਾ ਵੱਡਾ ਹੋਇਆ। ਤਾਂ ਕਹਿਣ ਦਾ ਮਤਲਬ ਇਸ ਤੋਂ ਬਾਅਦ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ ਗੁਰਦੁਆਰਾ ਨਨਕਾਣਾ ਸਾਹਿਬ ਦਾ ਕੀ ਹੈ ਪ੍ਰਬੰਧ, ਸ਼੍ਰੋਮਣੀ ਕਮੇਟੀ ਦੇ ਹੱਥ ਪਹੁੰਚ ਗਿਆ। ਤਾਂ ਇਸ ਤੋਂ ਬਾਅਦ ਜਿਹੜੀ ਇਹ ਰਾਜੇ ਗੁਰਦੁਆਰਾ ਸੁਧਾਰ ਲਹਿਰ ਹੈਗੀ ਆ ਰਾਜੇ, ਇਹ ਦਿਨ ਬ ਦਿਨ ਕੀ ਹੈ ਤੇਜ਼ ਹੁੰਦੀ ਗਈ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਸੀਗੇ ਰਾਜੇ, ਦੇ ਅਧੀਨ ਕੀ ਹੋ ਗਏ, ਜਿੰਨੇ ਵੀ ਗੁਰਦੁਆਰੇ ਹੋ ਗਏ, ਉਹਨਾਂ ਸਾਰਾ ਦਾ ਪ੍ਰਬੰਧ ਕੀ ਹੈ ਮਹੰਤਾਂ ਤੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਆ ਗਿਆ। ਹੌਲੀ ਹੌਲੀ ਆਪਾਂ ਅੱਗੇ ਜਾ ਕੇ ਦੇਖਾਂਗੇ 1925 ਦੇ ਵਿੱਚ ਇਹ ਐਕਟ ਦੇ ਤਹਿਤ ਇਹਨੂੰ ਮਾਨਤਾ ਵੀ ਮਿਲ ਜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਫਿਰ ਉਦੋਂ ਕੌਣ ਪ੍ਰਧਾਨ ਬਣੂਗਾ, ਪਹਿਲਾਂ ਕਿਹੜਾ ਪ੍ਰਧਾਨ ਪੁੱਛਿਆ ਜਾਊਗਾ ਪੇਪਰ ਦੇ ਵਿੱਚ, ਉਹ ਆਪਾਂ ਨੈਕਸਟ ਵੀਡੀਓ 'ਚ ਪੜਾਂਗੇ। ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ਾਂ ਪਸੰਦ ਆਈਆਂ ਹੋਣਗੀਆਂ, ਕਿਉਂਕਿ ਜਦੋਂ ਵੀ ਆਪਾਂ ਕੋਈ ਨਵੀਂ ਚੀਜ਼ ਪੜ੍ਹਦੇ ਹਾਂ ਰਾਜੋ, ਉਹਦੇ ਬੈਕਗਰਾਉਂਡ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ, ਬੈਕਗਰਾਉਂਡ ਸਮਝਣੀ ਬਹੁਤ ਜ਼ਰੂਰੀ ਹੁੰਦੀ ਹੈ। ਡਾਇਰੈਕਟ ਰੱਟੇ ਮਾਰ ਲਾਂਗੇ, ਯਾਦ ਕਰ ਲਾਂਗੇ 1920 ਚ ਬਣੀ ਸੀ, 1925 ਚ ਬਣੀ ਸੀ, ਪਹਿਲਾ ਪ੍ਰਧਾਨ ਮਜੀਠੀਆ ਸੀਗਾ, ਬਾਬਾ ਖੜਕ ਸਿੰਘ ਸੀਗਾ, ਤਾਂ ਉਹ ਚੀਜ਼ਾਂ ਦਾ ਸਵਾਦ ਨਹੀਂ ਆਉਂਦਾ ਪੜ੍ਹਨ ਦਾ। ਜੇ ਲੌਂਗ ਟਾਈਮ ਪੜ੍ਹਨਾ, ਚਾਹੇ ਤੁਸੀਂ ਪੀਪੀਐਸ ਦੇ ਪੇਪਰ ਦੇਣ ਜਾਣਾ ਹੈ, ਜਾਂ ਲੌਂਗ ਟਾਈਮ ਯਾਦ ਰੱਖਣੀ ਹੈ ਜੀਕੇ, ਤਾਂ ਤੁਹਾਨੂੰ ਡਿਟੇਲ ਚ ਪੜ੍ਹਨੀ ਪਊਗੀ। ਤਾਂ ਆਈ ਹੋਪ ਤੁਸੀਂ ਇਸ ਚੀਜ਼ ਨੂੰ ਬਹੁਤ ਪਸੰਦ ਕਰ ਰਹੇ ਹੋ। ਜੇ ਵੀਡੀਓ ਵਧੀਆ ਲੱਗੂਗੀ ਪਲੀਜ਼ ਲਾਈਕ ਵੀ ਕਰ ਦਿਓ ਰਾਜੇ, ਕਮੈਂਟ ਜ਼ਰੂਰ ਕਰ ਦਿਆ ਕਰੋ, ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਕਰ ਦਿਆ ਕਰੋ, ਠੀਕ ਹੈ ਜੀ। ਜਿਹੜੇ ਬੱਚੇ ਚੈਨਲ ਦੇ ਨਵੇਂ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਨੱਪ ਲਿਓ। ਤੇ ਸ਼ੁਕਰੀਆ ਜੀ, ਧੰਨਵਾਦ, ਇਜਾਜ਼ਤ ਦਿਓ, ਥੋੜਾ ਜਿਹਾ ਸਰੀਰ ਡਾਊਨ ਹੈ, ਤਾਂ ਕੋਸ਼ਿਸ਼ ਕਰਾਂਗੇ ਵੀ ਕੰਪਿਊਟਰ ਦੀ ਵੀਡੀਓ ਤੁਹਾਨੂੰ ਦਿੱਤੀ ਜਾਵੇ ਸ਼ਾਮ ਤੱਕ ਜਾਂ ਕੱਲ ਤੱਕ। ਤਾਂ ਧੰਨਵਾਦ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।